स्टेट लाइन ट्रक एंड ट्रेलर वर्जीनिया स्टेट लाइन ते लैके आए ने ट्रक एंड ट्रेलर रिपेयर शॉप इंटरस्टेट 81 दे एग्जिट 323 ऑपोजिट फ्लाइंग जे ट्रक शॉप जिथे ट्रकों की हर तरह की तसल्ली बख्श मुरम्मत की जाती है। इस दे नाल ही पार्किंग ते ऑफिस स्पेस भी है उपलब्ध। पूरी रात हफ्तावार या महीनावार पार्किंग अते ट्रक रिपेयर लई जरूर आओ। वधेरे जानकारी लई संपर्क करो 6812600050। ਸ਼ਮਾਦਾਨ ਰੇਡੀਓ ਪੰਜਾਬ ਟੁਡੇ ਸੁਣਨ ਵਾਲੇ तमाम ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਸਵਰਨ ਸਿੰਘ ਦਾਨੇਵਾਲੀਆ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਖੁਸ਼ਾਮਦੀਦ। ਅੱਜ ਦਿਨ ਹੈ ਜੀ ਸੋਮਵਾਰ, ਤਰੀਕ ਹੈ 23 ਜਨਵਰੀ। ਤੁਸੀਂ ਇਸ ਵਕਤ ਰੇਡੀਓ ਪੰਜਾਬ ਟੁਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਪ੍ਰੋਗਰਾਮ ਸ਼ਮਾਦਾਨ ਦੇ ਜ਼ਰੀਏ ਲਾਈਵ ਜੁੜੇ ਹੋਏ ਹੋ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੁਹਾਡੇ ਤੱਕ ਪਹੁੰਚਦਾ ਕੀਤਾ ਜਾਂਦਾ ਹੈ। ਅੱਜ ਦੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜੀ ਸਟਾਕਟਨ ਤੋਂ ਤ੍ਰਿਪਤੀ ਪਾਲ ਸਿੰਘ ਹੋਰਾਂ ਵੱਲੋਂ, ਜਗਜੀਤ ਸਿੰਘ ਲੰਡਨ ਵੱਲੋਂ, ਸਰਦਾਰ ਬਲਵੀਰ ਸਿੰਘ ਉਸਮਾਨਪੁਰ ਤੇ ਅਮਰਜੀਤ ਸਿੰਘ ਗਰੇਵਾਲ ਹੋਰਾਂ ਵੱਲੋਂ। ਬੁੱਕ ਕੀਪਿੰਗ, ਪਰਸਨਲ ਟੈਕਸਿਸ ਜਾਂ ਕਿਸੇ ਤਰ੍ਹਾਂ ਦੀਆਂ ਵੀ ਅਕਾਊਂਟਸ ਦੇ ਲਈ ਤੁਸੀਂ ਹਮੇਸ਼ਾ ਯਾਦ ਰੱਖੋ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਲ ਤੇ ਲੋਕਪਾਲ ਸਿੰਘ ਸੋਲ ਹੋਰਾਂ ਨੂੰ। ਫੋਨ ਨੰਬਰ ਹੈ 2535208886। ਲੋਕੇਸ਼ਨ ਇਹਨਾਂ ਦੀ 24915104 ਐਵੀਨਿਊ ਕੈਂਟ ਵਾਸ਼ਿੰਗਟਨ। ਮੱਖਣ ਨਾਗਰਾ ਹੋਰਾਂ ਦੇ ਸਪਾਈਸ ਪਲੇਸ ਇੰਡੀਅਨ ਰੈਸਟੋਰੈਂਟ ਤੋਂ ਤੁਸੀਂ ਡਾਈਨ ਇਨ ਕਰ ਸਕਦੇ ਹੋ ਜਾਂ ਫੂਡ ਡਿਲੀਵਰੀ ਮੰਗਾ ਸਕਦੇ ਹੋ ਜਾਂ ਫਿਰ ਕੈਟਰਿੰਗ ਵੀ ਕਰਵਾ ਸਕਦੇ ਹੋ। ਇਹਨਾਂ ਦੀ ਲੋਕੇਸ਼ਨ ਹੈ ਜੀ 23609104 ਐਵੀਨਿਊ ਕੈਂਟ ਵਾਸ਼ਿੰਗਟਨ ਦੇ ਵਿੱਚ। ਫੋਨ ਨੰਬਰ ਹੈ 2063531699 ਤੇ 2532467296। ਤੁਹਾਡੇ ਰੀਫਰ 'ਚ ਕੋਈ ਪ੍ਰੋਬਲਮ ਆ ਗਈ ਹੈ, ਯੂਨਿਟ 'ਚ ਜਾਂ ਗੈਸ ਰੀਫਿਲ ਕਰਾਉਣੀ ਹੈ ਜਾਂ ਫਿਰ ਐਡਵਾਂਸ ਮਸ਼ੀਨਾਂ ਦੇ ਨਾਲ ਟਾਇਰ ਬੈਲੈਂਸਿੰਗ ਤੇ ਐਕਸਲ ਟਰੱਕ ਅਲਾਈਨਮੈਂਟ ਕਰਾਉਣੀ ਹੈ ਤਾਂ ਹਮੇਸ਼ਾ ਯਾਦ ਰੱਖੋ ਮਾਲਵਾ ਟਰੱਕ ਲਾਈਨ ਐਂਡ ਟ੍ਰੇਲਰ ਰਿਪੇਅਰ ਸਰਵਿਸ 10224 ਰੈਜ਼ੀਡੈਂਸੀ ਰੋਡ ਮਨਾਸਸ ਹਾਈਵੇ 66 ਐਗਜ਼ਿਟ 43 ਤੋਂ ਬਿਲਕੁਲ ਨਾਲ ਨੇ। ਫੋਨ ਨੰਬਰ 8043728800। ਪੰਜਾਬ ਟਰੱਕ ਐਂਡ ਟ੍ਰੇਲਰ ਰਿਪੇਅਰ ਇਹਨਾਂ ਦਾ ਇੱਕੋ ਇੱਕ ਨਿਸ਼ਾਨਾ ਗਰੰਟਿਡ ਗ੍ਰੇਟ ਐਂਡ ਕੁਇਕ ਸਰਵਿਸ 1315 ਵੈਸਟਰਨ ਹਾਨਾ ਇੰਡੀਅਨੈਪੋਲਿਸ ਦੇ ਵਿੱਚ ਇਹਨਾਂ ਦੀ ਲੋਕੇਸ਼ਨ ਹੈ ਜੀ। ਫੋਨ ਨੰਬਰ ਹੈ 3179797205 6612045818 ਤੇ ਕਾਲ ਕਰ ਸਕਦੇ ਹੋ। ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਸ਼ੈਟਲ ਏਰੀਆ 'ਚ ਓਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ। ਤੁਸੀਂ ਗੁਰਵਿੰਦਰ ਧਾਰੀਵਾਲ ਹੋਰਾਂ ਦੇ ਨਾਲ 2063544060 ਜਾਂ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਕਾਲ ਕਰ ਸਕਦੇ ਹੋ। ਚਲੋ ਸਭ ਚਰਚਾ ਕਰੀਏ ਸਭ ਤੋਂ ਪਹਿਲਾਂ ਭਾਰਤ ਦੀ ਆਜ਼ਾਦੀ ਦੀ। ਆਜ਼ਾਦੀ ਇੱਕ ਬਹੁਤ ਵੱਡਾ ਸ਼ਬਦ ਸੀ। ਲੋਕ ਕਹਿੰਦੇ ਸੀ ਅਸੀਂ ਖੁੱਲ੍ਹੀ ਫਿਜ਼ਾ ਦੇ ਵਿੱਚ ਸਾਹ ਲਵਾਂਗੇ, ਦੇਸ਼ ਸਾਡਾ ਹੋਏਗਾ, ਕਾਨੂੰਨ ਦੇ ਵਿੱਚ ਰਹਿੰਦੇ ਹੋਏ ਜੋ ਚਾਹਾਂਗੇ ਉਹੀ ਕਰਾਂਗੇ। ਪਰ ਇੱਥੇ ਦਾ ਕੰਮ ਉਲਟਾ ਹੋਣ ਲੱਗ ਪਿਆ। ਜੇਕਰ BBC ਦੀਆਂ ਡਾਕੂਮੈਂਟਰੀਆਂ ਨੂੰ ਸ਼ੇਅਰ ਕਰਨ ਵਾਲਿਆਂ ਦੇ YouTube ਦੇ ਖਾਤੇ ਜਾਂ ਫੇਸਬੁੱਕ ਦੇ ਖਾਤੇ ਜਾਂ ਟਵਿੱਟਰ ਦੇ ਖਾਤੇ ਜਾਮ ਹੋਣ ਲੱਗ ਪੈਣ ਤਾਂ ਫਿਰ ਕੀ ਕਹੋ? ਦੇਖੋ, ਗੱਲ ਇਹ ਹੈ ਕਿ ਡੈਮੋਕ੍ਰੇਸੀ ਦੇ ਵੱਖ-ਵੱਖ ਰੂਪ ਹੁੰਦੇ ਹੈ। ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਅਸੀਂ ਆਜ਼ਾਦ ਨਹੀਂ। ਅਸੀਂ ਆਜ਼ਾਦ ਹਾਂ, ਪਰ ਆਜ਼ਾਦੀ ਦੇ ਬਾਵਜੂਦ ਜਦੋਂ ਸੰਵਿਧਾਨਕ ਸੰਸਥਾਵਾਂ ਦੇ ਉੱਤੇ ਕਬਜ਼ੇ ਹੋਣੇ ਸ਼ੁਰੂ ਹੋ ਜਾਣ, ਜਦੋਂ ਲੋਕਾਂ ਨੂੰ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਤੋਂ ਰੋਕਿਆ ਜਾਵੇ ਜੀ, ਉਦੋਂ ਅਸੀਂ ਕਹਿ ਸਕਦੇ ਹਾਂ ਕਿ ਆਜ਼ਾਦੀ ਹਮਲੇ ਅਧੀਨ ਹੈ। ਆਜ਼ਾਦੀ ਜ਼ਰੂਰ ਹੈ, ਪਰ ਹੁਣ ਆਜ਼ਾਦੀ ਦੇ ਉੱਤੇ ਇੱਕ ਬੜਾ ਭਿਆਨਕ ਅਟੈਕ ਹੋਇਆ ਵਾ ਜੀ। ਔਰ ਇਹ ਅਟੈਕ ਹੁਣ ਤੋਂ ਨਹੀਂ ਹੋਇਆ। ਇਹ ਅਟੈਕ 2014 ਤੋਂ ਹੀ ਸ਼ੁਰੂ ਹੋ ਗਿਆ ਸੀ ਜੀ, ਜਦੋਂ ਇੰਟੈਲੀਜੈਂਸ ਦੀ ਦੁਰਵਰਤੋਂ ਸ਼ੁਰੂ ਹੋਈ। ਇਕੱਲੇ ਇਕੱਲੇ ਬੰਦੇ ਨੂੰ ਦੇਖਿਆ ਗਿਆ ਕਿ ਕੌਣ ਕੀ ਕਰਦਾ ਹੈ ਜੀ। ਸਭ ਤੋਂ ਪਹਿਲਾਂ ਦੇਖਿਆ ਗਿਆ ਕਿ ਕਿਹਨੂੰ ਕਾਬੂ ਕੀਤਾ ਜਾਵੇ। ਉਦੋਂ ਆ ਗਿਆ ਕਿ ਪਹਿਲਾਂ ਮੀਡੀਆ ਨੂੰ ਕਾਬੂ ਕੀਤਾ ਜਾਵੇ, ਇਹਨੂੰ ਪੁੱਤ ਬਣਾਇਆ ਜਾਵੇ, ਕਿਉਂਕਿ ਮੀਡੀਆ ਜਿਹੜਾ ਹੈਗਾ, ਮੀਡੀਆ ਦੇ ਰਾਹੀਂ ਹੀ ਲੋਕ ਆਪਣੇ ਵਿਚਾਰਾਂ ਦਾ ਇਜ਼ਹਾਰ ਕਰਦੇ ਆ, ਪ੍ਰਗਟਾਵਾ ਕਰਦੇ ਆ। ਜਦੋਂ ਕਿਤੇ ਕਿਸੇ ਕਿਸਮ ਦੀ ਕੋਈ ਜ਼ਿਆਦਤੀ ਹੁੰਦੀ ਹੈ, ਧੱਕਾ ਹੁੰਦਾ, ਤਾਂ ਮੀਡੀਆ ਦੇ ਜ਼ਰੀਏ ਹੁੰਦਾ ਹੈ ਜੀ। ਵੈਸੇ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ, ਸੰਸਾਰ ਪੱਧਰ 'ਤੇ ਇਹ ਗੱਲ ਚੱਲ ਰਹੀ ਹੈ ਕਿ ਮੀਡੀਆ ਨੂੰ ਕਾਰਪੋਰੇਟ ਘਰਾਣਿਆਂ ਨੇ ਹੜੱਪ ਕੀਤਾ ਹੋਇਆ। ਬਿਲਕੁਲ ਜੀ, ਬਿਲਕੁਲ। ਲੇਕਿਨ ਸਿਸਟੇਮੈਟਿਕਲੀ ਭਾਰਤ ਦੇ ਵਿੱਚ ਜਿਹੜੀ ਹੈਗੀ ਹੈ ਇਹ ਕਾਰਵਾਈ, ਇਹ 2014 ਤੋਂ ਬਾਅਦ ਸ਼ੁਰੂ ਹੋਈ ਹੈ, ਜਦੋਂ ਨਰਿੰਦਰ ਮੋਦੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਬਣਦੇ ਹੈ। ਔਰ ਅਸੀਂ ਜਾਣਦੇ ਹਾਂ ਕਿ ਕਿਵੇਂ ਕੀ ਕੁਛ ਹੋਇਆ ਜੀ।
ਕਿੰਨਾ ਕਿੰਨਾ ਘਰਾਣਿਆਂ ਨੇ ਕਿਵੇਂ ਕਿਵੇਂ ਕਾਬੂ ਕੀਤੇ, ਹੂੰ ਛੋਟੇ ਅਦਾਰਿਆਂ ਨੂੰ ਹੜੱਪਿਆ ਜਾਣ ਲੱਗਿਆ। ਜੀ ਆਜ਼ਾਦ ਮੀਡੀਆ, ਆਜ਼ਾਦ ਪੱਤਰਕਾਰ ਹੈ ਜਿਹੜੇ ਉਹਨਾਂ ਨੂੰ ਕਰਬ ਕੀਤਾ ਗਿਆ। ਹੂੰ ਔਰ ਉਹ ਕਰਦਿਆਂ ਕਰਾਉਂਦਿਆਂ ਇੱਕੋ ਇੱਕ ਜਿਹੜਾ ਹੈਗਾ ਅਦਾਰਾ ਸੀ, ਜਿਹੜਾ ਅਦਾਰਾ ਥੋੜ੍ਹਾ ਜਿਹਾ ਟਿਕਿਆ ਹੋਇਆ ਸੀ, ਜੀ NDTV। NDTV ਦੇ ਉੱਤੇ ਕਿਉਂਕਿ ਇੱਕ ਬੜਾ ਸ਼ਾਰਪ ਪੱਤਰਕਾਰ ਰਵੀਸ਼ ਕੁਮਾਰ ਸੀ, ਜੀ ਤੇ ਰਵੀਸ਼ ਕੁਮਾਰ ਜਦੋਂ ਉਹ ਗੱਲ ਕਰਦਾ ਸੀ ਲੋਕਾਂ ਦੇ ਵਿੱਚ ਜਾ ਕੇ ਗੱਲ ਕਰਦਾ ਸੀ, ਤੇ ਕਈ ਕਿਸਮ ਦੇ ਸਵਾਲ ਉਠਾਉਂਦਾ ਸੀ। ਉਹਨਾਂ ਸਵਾਲਾਂ ਦਾ ਕਿਸੇ ਕੋਲੇ ਜਵਾਬ ਨਹੀਂ ਸੀ। ਜੀ ਗੋਦੀ ਮੀਡੀਆ, ਇਹ ਸ਼ਬਦ ਵੀ ਰਵੀਸ਼ ਨੇ ਦਿੱਤਾ ਸੀ। ਜੀ ਜੀ ਤੇ ਫਿਰ ਇਹ ਹੋਇਆ ਕਿ ਨਾ ਰਹੇ ਵਾਸਤੇ ਨਾ ਬੱਜੇ ਬੰਸਰੀ। ਬਿਹਤਰ ਇਹ ਹੈ ਕਿ ਰਵੀਸ਼ ਕੁਮਾਰ ਤੋਂ ਲੈਣਾ ਕੀ ਹੈ, NDTV ਨੂੰ ਛਕ ਜੋ। ਕਰਜ਼ਾ ਲਿਆ ਉਹਨਾਂ ਨੇ ਅੰਬਾਨੀਆਂ ਤੋਂ, ਅੰਬਾਨੀਆਂ ਨੇ ਗਾਂ ਹਿੱਸੇਦਾਰੀ ਅਦਾਨੀਆਂ ਨਾਲ ਕੀਤੀ ਜੀ, ਉਹਨਾਂ ਨੇ ਆਪਣੇ ਸ਼ੇਅਰਾਂ ਦੀ ਟ੍ਰਾਂਸਫਰ ਵਗੈਰਾ ਕਰਵਾਤੀ। ਇਨਡਾਇਰੈਕਟਲੀ ਜੀ ਉਸ ਕਰਜ਼ੇ ਦੇ ਬਦਲੇ ਦੇ ਵਿੱਚ ਆਕੂਪਾਈ ਕਰ ਲਿਆ NDTV ਨੂੰ ਅਡਾਨੀਆਂ ਨੇ। ਤੇ ਨਤੀਜਾ ਕੀ ਹੋਇਆ ਕਿ ਰਵੀਸ਼ ਕੁਮਾਰ ਗੈਰਤਮੰਦ ਬੰਦਾ ਸੀ, ਚਾਹੁੰਦਾ ਤਾਂ ਉਹ ਆਪਣੀ ਵਿਚਾਰਧਾਰਾ ਨੂੰ, ਆਪਣੇ ਵਿਚਾਰਾਂ ਨੂੰ ਛੱਡ ਕੇ, ਆਪਣੀ ਹੋਂਦ ਨੂੰ ਛੱਡ ਕੇ ਉੱਥੇ ਵੀ ਸਿਰ ਨੀਵਾਂ ਕਰਕੇ ਨੌਕਰੀ ਕਰ ਸਕਦਾ ਸੀ, ਪਰ ਉਹਨੇ ਕਿਹਾ ਵੀ ਨਹੀਂ, ਇਸ ਪਾਸੇ ਨਹੀਂ, ਇੱਧਰ ਨੂੰ ਜਾਣਾ। ਤੇ ਇਹਦਾ ਦੂਜਾ ਰੂਪ ਅਸੀਂ ਦੇਖਦੇ ਹਾਂ। ਤੇ ਫਿਰ ਹੌਲੀ ਹੌਲੀ ਸ਼ੁਰੂ ਹੋਇਆ ਸਿਲਸਿਲਾ ਇਹ, ਜਿਹੜੀਆਂ ਸੰਸਥਾਵਾਂ ਹੈ, ਜਿਵੇਂ CBI ਹੈ ਜੀ, ਜਿਵੇਂ ਇਲੈਕਸ਼ਨ ਕਮਿਸ਼ਨ ਹੈ, ਜਿਵੇਂ ਅਦਾਲਤਾਂ ਹੈ, ਉਹਨਾਂ ਦੇ ਉੱਤੇ ਕਬਜ਼ੇ ਸ਼ੁਰੂ ਹੋਏ। ਤੇ ਹੁਣ ਕਿਉਂਕਿ ਹਾਲਾਤ ਜਿੱਥੇ ਪਹੁੰਚ ਗਏ, ਉਹਨਾਂ ਹਾਲਾਤਾਂ ਦੇ ਪਹੁੰਚਣ ਦਾ ਇੱਕ ਵੱਡਾ ਕਾਰਨ ਇਹ ਸੀ ਕਿ 2002 ਦੇ ਵਿੱਚ ਜੋ ਕੁਝ ਭਾਰਤ 'ਚ ਹੋਇਆ ਜੀ, ਉਹਦੇ ਤੇ ਸ਼ਰਮ ਆਉਣੀ ਚਾਹੀਦੀ ਸੀ ਭਾਰਤ ਨੂੰ। ਔਰ ਉਸ ਵੇਲੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਇਸ ਗੱਲ ਦਾ ਮਲਾਲ ਵੀ ਕੀਤਾ, ਅਹਿਸਾਸ ਵੀ ਕੀਤਾ ਸੀ। ਉਹਨੇ ਮਲਾਲ ਵੀ ਕੀਤਾ, ਗਲਤ ਕੀਤੀ, ਮਲਾਲ ਵੀ ਕੀਤਾ, ਉਹਨੇ ਐਲਾਂਭਾ ਵੀ ਦਿੱਤਾ। ਉਹਨੇ ਕਿਹਾ ਵੀ ਸੀ ਨਰਿੰਦਰ ਮੋਦੀ ਨੂੰ ਕਿ ਆਪਣਾ ਕਿ ਤੇਰਾ ਰਾਜ ਧਰਮ ਨਿਭਾਉਣਾ ਸਿੱਖੋ। ਔਰ ਉਹ ਇਹ ਮਨ ਲਗਭਗ ਉਹਨਾਂ ਨੇ ਬਣਾ ਲਿਆ ਸੀ ਕਿ ਨਰਿੰਦਰ ਮੋਦੀ ਤੋਂ ਛੁਟਕਾਰਾ ਹਾਸਲ ਕੀਤਾ ਜਾਵੇ। ਲੇਕਿਨ ਹੋਇਆ ਇਹ ਸੀ ਕਿ ਅਡਵਾਨੀ ਸਾਹਿਬ ਅੜ ਗਏ, ਤੇ ਅਡਵਾਨੀ ਸਾਹਿਬ ਨੇ ਕਹਿਤਾ ਮੈਂ ਰਿਜ਼ਾਈਨ ਦੇ ਦੂੰਗਾ। ਹਾਲਾਤਾਂ ਦਾ ਤਕਾਜ਼ਾ ਸੀ ਤੇ ਉਹਨਾਂ ਨੂੰ ਫਿਰ ਉੱਥੇ ਥੋੜ੍ਹਾ ਜਿਹਾ ਝੁਕਣਾ ਪਿਆ। ਹੁਣ 2022 ਦੇ ਵਿੱਚ 20 ਸਾਲਾਂ ਬਾਅਦ ਚੋਣਾਂ ਹੁੰਦੀਆਂ ਗੁਜਰਾਤ 'ਚ। ਗੁਜਰਾਤ ਦੀਆਂ ਚੋਣਾਂ ਦੇ ਵਿੱਚ ਇੱਕ ਗੱਲ ਕਹੀ ਹੈ, ਕਿਸੇ ਹੋਰ ਨੇ ਨਹੀਂ ਕਹੀ। ਉਹ ਗੱਲ ਕਹੀ ਹੈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ, ਜਿਹਨੂੰ ਖੁਦ ਸੁਪਰੀਮ ਕੋਰਟ ਦੇ ਹੁਕਮ ਦੇ ਉੱਤੇ ਜਿਹੜਾ ਤੜੀ ਪਾਰ ਕੀਤਾ ਗਿਆ ਸੀ। ਉਹਨੇ ਇੱਕ ਗੱਲ ਕਹੀ ਹੈ ਕਿ 2002 ਦੇ ਵਿੱਚ ਅਜਿਹਾ ਸਬਕ ਸਿਖਾਇਆ ਸੀ ਕਿ ਮੁੜ ਕੇ ਕਿਸੇ ਨੇ ਹੁੱਤ ਨਹੀਂ ਕੀਤੀ। ਭਾਵ 2002 ਦੇ ਵਿੱਚ ਜਿਹੜੇ ਮੁਸਲਿਮ ਘੱਟ ਗਿਣਤੀ ਦੇ ਲੋਕ ਸੀ, ਉਹਨਾਂ ਤੇ ਜਿਹੜਾ ਘੋੜਾ ਉਠਾਇਆ ਸੀ, ਉਹਦਾ ਉਹਨਾਂ ਨੇ ਮਤਲਬ ਜਿਹੜਾ ਲੋਕਾਂ ਨੂੰ ਅਹਿਸਾਸ ਕਰਾਇਆ, ਵੱਡੇ ਭਾਈਚਾਰੇ ਨੂੰ, ਬਹੁ ਗਿਣਤੀ ਭਾਈਚਾਰੇ ਨੂੰ, ਕਿ ਇਹ ਆ ਦੇਖੋ ਤੁਸੀਂ ਹੁਣ ਤੇ ਵੋਟਾਂ ਸਾਨੂੰ ਪਾਓ। ਤੇ ਵੋਟਾਂ ਪਈਆਂ ਵੀ। ਜੇ ਅਸੀਂ ਕੋਈ ਗੱਲ ਛੇੜ ਦਿਆਂਗੇ ਤਾਂ ਫਿਰ ਉਹ ਗੱਲ ਗਾਂਹ ਤੁਰਦੀ ਹੈ। ਇੰਗਲੈਂਡ ਇੱਕ ਸਾਡਾ ਜਿਹੜਾ ਹੈਗਾ ਪੁਰਾਣਾ ਮਾਲਕ ਸੀ, ਅਸੀਂ ਉਹਦੀ ਬਸਤੀ ਸੀ। ਇੰਗਲੈਂਡ ਦੇ ਇੰਟਰਸਟ ਇੰਡੀਆ ਦੇ ਵਿੱਚ ਬਹੁਤ ਹੈ, ਡੈਮੋਕ੍ਰੇਟਿਕ ਕੰਟਰੀ ਵੀ ਹੈ ਉਹ। ਔਰ ਇੰਗਲੈਂਡ ਦੇ 3-4 ਜਿਹੜੇ ਹੈਗੇ ਹੈ ਨਾਗਰਿਕ 2002 ਦੇ ਦੰਗਿਆਂ 'ਚ ਉਹ ਵੀ ਮਾਰੇ ਗਏ ਸੀ। ਉਹ ਬਾਈ ਬਰਥ ਮੁਸਲਮਾਨ ਸੀ, ਇਧਰਲੇ ਸੀ, ਉਧਰੋਂ ਦੀ ਉਹਨਾਂ ਕੋਲ ਨਾਗਰਿਕਤਾ ਸੀ, ਉਹ ਆ ਗਏ, ਉਹ ਮਾਰੇ ਗਏ। ਜਿਹੜੇ ਪੱਛਮੀ ਦੇਸ਼ ਆ, ਵੱਡੀਆਂ ਤਾਕਤਾਂ, ਇਹਨਾਂ ਦੇ ਇੱਕ ਬੰਦੇ ਦੀ ਮੌਤ ਹੋ ਜਾਏ ਤੇ ਇਹ ਬੁਰੇ ਦੇ ਘਰ ਤੱਕ ਜਾਂਦੇ ਵੀ ਸਾਡਾ ਨਾਗਰਿਕ ਕਿਉਂ ਮਾਰਿਆ ਗਿਆ। ਉਹਨਾਂ ਨੇ ਦੇਖਿਆ ਵੀ ਇਹ ਹੋ ਕੀ ਰਿਹਾ ਇੰਡੀਆ ਦੇ ਵਿੱਚ। ਤੇ ਫਿਰ ਜਿਹੜਾ ਹੈਗਾ ਜੈਕ ਸਟਰਾ, ਉਹਨਾਂ ਦਾ ਵਿਦੇਸ਼ ਮੰਤਰੀ, ਉਹਨੇ ਇੱਕ ਸੀਕ੍ਰੇਟ ਇਨਕੁਆਇਰੀ ਕਰਵਾਈ, ਪੜਤਾਲ ਦੇ ਹੁਕਮ ਦਿੱਤੇ ਕਿ ਦੇਖੋ ਇੰਡੀਆ 'ਚ ਕੀ ਹੋ ਰਿਹਾ। ਜਿਹੜੀ ਉਹ ਪੜਤਾਲ ਹੋਈ ਸੀ, ਉਹ ਪੜਤਾਲੀਆ ਰਿਪੋਰਟ ਹੈ ਜਿਹੜੀ, ਉਹ ਇੰਗਲੈਂਡ ਦੀ ਸਰਕਾਰ ਦੇ ਕੋਲ ਸੁਰੱਖਿਅਤ ਪਈ ਸੀ। ਹੁਣ ਤੱਕ ਉਹਨੂੰ ਕਿਸੇ ਨੇ ਹਵਾ ਨਹੀਂ ਲੱਗਣ ਦਿੱਤੀ ਸੀ। ਮੇਰਾ ਖਿਆਲ ਹੈ ਵੀ ਇਹ ਜਿਹੜੇ ਪੱਛਮੀ ਦੇਸ਼ ਹੈ, ਇਹਨਾਂ ਦਾ ਕੁਛ ਹੁੰਦਾ ਇਸ ਕਿਸਮ ਦਾ, ਕੋਈ ਸਮਾਂ ਸੀਮਾ ਤੈਅ ਕੀਤੀ ਹੁੰਦੀ ਹੈ ਕਿ ਇੰਨਾ ਲੰਬਾ ਸਮਾਂ ਆਪਾਂ ਇਸ ਚੀਜ਼ ਨੂੰ ਨਹੀਂ ਕੱਢਣਾ। ਤੇ ਹੁਣ ਹੌਲੀ ਹੌਲੀ ਜਿਹੜੀ ਉਹਦੀ ਹਵਾ ਬਾਹਰ ਨਿਕਲਣੀ ਸ਼ੁਰੂ ਆ ਗਈ। ਤੇ ਦੁਨੀਆ ਦੀ ਮੰਨੀ ਪ੍ਰਮੰਨੀ ਜਿਹੜੀ ਖਬਰ ਵਾਲੀ ਸੰਸਥਾ ਹੈ, ਇੰਸਟੀਟਿਊਸ਼ਨ ਹੈ, ਉਹ ਆਪਾਂ BBC ਹੈ। BBC ਦੇ ਉੱਤੇ ਲੋਕ ਕਿਵੇਂ ਭਰੋਸਾ ਕਰਦੇ, ਕਿਤੇ ਕੁਛ ਵੀ ਹੋ ਜੇ ਸਭ ਛੱਡ ਦਿੰਦੇ ਆ ਵੀ ਦੂਰਦਰਸ਼ਨ ਵੀ ਛੱਡ ਦਿਓ। BBC ਕੀ ਕਹਿੰਦੀ ਹੈ, ਉਹਦੀ ਕ੍ਰੈਡੀਬਿਲਿਟੀ ਬਣੀ ਹੋਈ ਹੈ। ਜੇ ਅਸੀਂ ਦੇਖੀਏ ਆਪਰੇਸ਼ਨ ਬਲੂ ਸਟਾਰ ਹੋਇਆ ਸੀ, ਆਪਰੇਸ਼ਨ ਬਲੂ ਸਟਾਰ ਬਾਰੇ ਜਿਹੜੀ BBC ਦੀ ਡਾਕੂਮੈਂਟਰੀ ਬਣੀ ਹੋਈ ਹੈ, ਲੋਕ ਉਹ 'ਤੇ ਭਰੋਸਾ ਕਰਦੇ ਆ। ਪਿਛਲੇ ਸਮੇਂ ਦੇ ਵਿੱਚ ਕਿਹੋ ਜਿਹੇ ਰਾਜ ਭਾਗ ਰਹੇ, ਭਾਰਤੀ ਉਪਮਾ ਦੇ ਵਿੱਚ, ਦੁਨੀਆ ਦੇ ਵਿੱਚ ਕਿਹੋ ਜਿਹੇ ਲੋਕ ਰਹੇ, ਕਿਹੜਾ ਰਾਜ ਚੰਗਾ ਸੀ, ਕਿਹੜਾ ਮਾੜਾ ਸੀ, ਇਹਦੇ 'ਤੇ ਵੀ BBC ਨੇ ਰਿਸਰਚ ਕੀਤੀ ਸੀ। ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਉਹਨਾਂ ਨੇ ਕਿਹਾ ਸੀ ਕਿ ਸਭ ਤੋਂ ਵਧੀਆ ਸੈਕੂਲਰ ਰਾਜ ਸੀ,
ਸ਼ਾਨਦਾਰ ਰਾਜ ਸੀ। ਹਰ ਕਿਸਮ ਦੇ, ਹਰ ਧਰਮ ਦੇ ਲੋਕਾਂ ਨੂੰ, ਹਰ ਫਿਰਕੇ ਦੇ ਲੋਕਾਂ ਨੂੰ ਉੱਥੇ ਆਜ਼ਾਦਾਨਾ ਤਰੀਕੇ ਦੇ ਨਾਲ ਰਹਿਣ ਦਾ ਹੱਕ ਸੀ। ਇਹ ਵੀ BBC ਨੇ ਗੱਲ ਕਹੀ ਹੈ। ਜੀ। ਹੁਣ ਉਹੀ BBC ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਕਿ ਅਮਿਤ ਸ਼ਾਹ ਹੋਰੀ ਤਾਂ ਇਹ ਕਹਿ ਰਹੇ ਹੈ ਸਬਕ ਸਿਖਾਇਆ, ਕਿਹੋ ਜਿਹਾ ਸਬਕ ਸੀ, ਉਹਨਾਂ ਨੇ ਫਿਰ ਉਸ ਰਿਪੋਰਟ ਦੇ ਆਧਾਰ ਦੇ ਉੱਤੇ ਇੱਕ ਡਾਕੂਮੈਂਟਰੀ ਬਣਾਈ। ਔਰ ਉਸ ਡਾਕੂਮੈਂਟਰੀ ਦੇ ਵਿੱਚ ਉਹਨਾਂ ਨੇ ਆਪਣੇ ਉਸ ਵੇਲੇ ਦੇ ਵਿਦੇਸ਼ ਮੰਤਰੀ ਦੀ ਵੀ ਇੰਟਰਵਿਊ ਕੀਤੀ ਹੈ। ਉਹਨਾਂ ਨੇ ਬਹੁਤ ਸਾਰੇ ਲੋਕਾਂ ਦੀ ਇੰਟਰਵਿਊ, ਪੁਲਿਸ ਵਾਲਿਆਂ ਦੀ ਵੀ ਕੀਤੀ ਹੈ, ਪੱਤਰਕਾਰਾਂ ਦੀ ਵੀ ਕੀਤੀ ਹੈ, ਪੀੜਤਾਂ ਦੀ ਵੀ ਕੀਤੀ ਹੈ, ਹਮਲਾਵਰਾਂ ਦੀ ਵੀ ਕੀਤੀ ਹੈ। ਇੱਥੋਂ ਤੱਕ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੰਟਰਵਿਊ ਵੀ ਕੀਤੀ। ਉਹਦੇ ਆਧਾਰ ਦੇ ਉੱਤੇ ਉਹਨਾਂ ਨੇ ਇੱਕ ਜਿਹੜੀ ਹੈਗੀ ਹੈ ਡਾਕੂਮੈਂਟਰੀ ਤਿਆਰ ਕੀਤੀ ਤੇ ਉਸ ਡਾਕੂਮੈਂਟਰੀ ਦਾ ਹਾਲੇ ਪਹਿਲਾ ਹਿੱਸਾ ਹੀ ਜਾਰੀ ਕੀਤਾ ਸੀ, ਪ੍ਰਸਾਰਿਤ ਕੀਤਾ ਸੀ। ਦੂਜਾ ਹਿੱਸਾ ਹਾਲੇ ਆਉਣਾ ਹੈ। ਪਹਿਲੇ ਹਿੱਸੇ ਨੇ ਹੀ ਐਡਾ ਤਹਿਲਕਾ ਮਚਾਤਾ ਕਿ ਸਾਰੇ ਪਾਸੇ ਲਾਲਾ ਹੋ ਗਈ, ਬਾਬਾ ਹੋ ਗਈ। ਫਿਰ ਇਹ ਗੱਲ ਵੀ ਆ ਗਈ ਕਿ ਨਰਿੰਦਰ ਮੋਦੀ ਸਾਹਿਬ ਨੂੰ ਇੰਗਲੈਂਡ ਸਮੇਤ ਪੱਛਮੀ ਦੇਸ਼ਾਂ ਨੇ ਜਿਹੜੀ ਡਿਪਲੋਮੈਟਿਕ ਸਾਂਝ ਹੁੰਦੀ ਹੈ ਉਹਦੇ ਵਿੱਚੋਂ ਵੀ ਬਾਹਰ ਕੱਢ ਦਿੱਤਾ ਸੀ। ਉਹ ਪ੍ਰਧਾਨ ਮੰਤਰੀ ਬਣ ਗਏ। ਪ੍ਰਧਾਨ ਮੰਤਰੀ ਬਣਨ ਦੇ ਨਾਤੇ ਉਹਨਾਂ ਨੂੰ ਇਹ ਅਲਾਓ ਕਰਤਾ ਕਿ ਉਹ ਡਿਪਲੋਮੈਟਿਕ ਢੰਗ ਤਰੀਕੇ ਦੇ ਨਾਲ ਆ ਜਾ ਸਕਦੇ ਹੈ, ਲੇਕਿਨ ਇਹ ਉਨੀ ਦੇਰ ਤੱਕ ਹੀ ਹੈ ਜਿੰਨੀ ਦੇਰ ਤੱਕ ਉਹ ਪ੍ਰਧਾਨ ਮੰਤਰੀ ਤੋਂ ਬਾਅਦ ਫਿਰ ਖੁੱਸ ਜਾਣਾ। ਸੋ ਇਹ ਜਦੋਂ ਮਾਮਲਾ ਹੋ ਗਿਆ, ਲਾਲਾ ਹੋ ਗਈ, ਤੇ ਇਹਦੇ ਤੇ ਫਿਰ ਭਾਰਤ ਸਰਕਾਰ ਨੂੰ ਫਿਕਰ ਪਿਆ। ਪਹਿਲੀ ਗੱਲ ਤਾਂ ਇਹ ਕਿ ਸਾਡੇ ਜਿਹੜੇ ਹੈਗੇ ਅਰਿੰਦਮ ਬਾਗਚੀ, ਫੋਰਨ ਡਿਪਾਰਟਮੈਂਟ ਦੇ ਵੱਡੇ ਅਫਸਰ ਹੈ ਜੀ, ਉਹਨਾਂ ਨੇ ਕਹਿਤਾ ਜੀ ਕੋਈ ਐਸੀ ਗੱਲ ਹੀ ਹੈ ਨਹੀਂ। ਹੁਣ ਗੱਲ ਇਹ ਕਹੀ ਜਾ ਰਹੀ ਹੈ ਕਿ ਭਾਰਤ ਦੀ ਸੁਪਰੀਮ ਕੋਰਟ ਨੇ ਕਲੀਨ ਚਿੱਟ ਦੇ ਦਿੱਤੀ ਪ੍ਰਧਾਨ ਮੰਤਰੀ ਨੂੰ। ਜਦੋਂ ਸੁਪਰੀਮ ਕੋਰਟ ਨੇ ਕਲੀਨ ਚਿੱਟ ਦੇ ਦਿੱਤੀ ਤੇ ਇਹ ਸਾਰੀ ਗੱਲ ਕਿਉਂ ਕਹੀ ਗਈ ਹੈ? ਮੇਰਾ ਖਿਆਲ ਹੈ ਵੀ ਭਾਰਤ ਦੀ ਸੁਪਰੀਮ ਕੋਰਟ ਜਾਂ ਸਾਡੀਆਂ ਜਿਹੜੀਆਂ ਅਦਾਲਤਾਂ ਜਿਹੜੇ ਫੈਸਲੇ ਕਰਦੀਆਂ ਉਸ ਸਬੂਤਾਂ ਦੇ ਆਧਾਰ ਤੇ ਕਰਦੀਆਂ। ਬਿਲਕੁਲ। ਸਬੂਤ ਜਿਹੜੇ ਹੈਗੇ ਉਸ ਵੇਲੇ ਦੇ ਸਬੂਤ ਕਿਹਨੇ ਰਹਿਣ ਦਿੱਤੇ? ਜਦੋਂ ਸਭ ਤੋਂ ਉੱਪਰਲੀ ਕੁਰਸੀ ਦੇ ਉੱਤੇ ਜਿਹੜਾ ਬੰਦਾ ਬੈਠਾ ਹੋਵੇ, ਮੁੱਖ ਮੰਤਰੀ, ਉਹਦੇ ਬਾਰੇ ਇਹ ਚਰਚਾ ਹੁੰਦੀ ਹੋਵੇ ਕਿ ਉਹਨੇ ਪੁਲਿਸ ਵਾਲਿਆਂ ਨੂੰ ਕਹਿਤਾ ਸੀ ਕਿ ਗੋਬਗਬਾਟ ਕੱਢ ਲੈਣ ਦਿਓ, ਤੇ ਫਿਰ ਸਬੂਤ ਰਹਿਣਗੇ ਕਿੱਥੇ? ਪਰ ਸਭ ਤੋਂ ਉਹ ਤੋਂ ਵੀ ਵੱਡਾ ਸਬੂਤ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਦੇਸ਼ ਦਾ ਪ੍ਰਧਾਨ ਮੰਤਰੀ ਹੈ। ਉਹ ਵਿਰੋਧੀ ਧਿਰ ਦਾ ਨਹੀਂ, ਉਹ ਉਸੇ ਪਾਰਟੀ ਦਾ ਹੈ ਜਿਸ ਪਾਰਟੀ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਸਾਹਿਬ ਸੀ, ਭਾਰਤੀ ਜਨਤਾ ਪਾਰਟੀ ਦੇ। ਸਰਕਾਰ ਭਾਵੇਂ NDA ਦੀ ਸੀ, ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ ਦੀ ਸੀ, ਲੇਕਿਨ ਦੇਸ਼ ਦਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਸੀ। ਔਰ ਜਦੋਂ ਉਹ ਕਹਿੰਦਾ ਕਿ ਰਾਜ ਧਰਮ ਨਿਭਾਉਣਾ ਸਿੱਖੋ, ਮੇਰਾ ਖਿਆਲ ਪ੍ਰਮਾਣ ਨੂੰ ਪ੍ਰਤੱਖ ਦੀ ਲੋੜ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ। ਇੱਕ ਦੂਜੀ ਗੱਲ ਹੈ, ਹੁਣ ਡੈਮੋਕ੍ਰੇਸੀ ਦੀ ਗੱਲ ਆਪਾਂ ਗੱਲ ਕਰਦੇ ਹਾਂ। ਹੁਣ ਇਹ ਡੈਮੋਕ੍ਰੇਸੀ ਮੈਂ ਪਹਿਲਾਂ ਹੀ ਕਿਹਾ ਸੀ ਕਿ ਆਜ਼ਾਦੀ ਤੇ ਹਮਲਾ ਹੈ। ਬਿਲਕੁਲ। ਜਦੋਂ ਲੋਕਾਂ ਨੂੰ ਜਾਣਕਾਰੀ ਹਾਸਲ ਕਰਨ ਤੋਂ ਰੋਕਿਆ ਜਾਵੇ ਤੇ ਇਹਦੇ ਲਈ ਵਧੀਆ ਤਰੀਕਾ ਇਹ ਅਡਾਪਟ ਕੀਤਾ ਕਿ ਜੀ ਚਲੋ ਠੀਕ ਹੈ, ਫਿਰ ਹੁਣ ਇਹਨਾਂ ਤੇ ਬੰਦਸ਼ਾਂ ਲਵਾ ਦਿਓ ਜੀ, ਤੇ ਉਹ ਬੰਦਸ਼ਾਂ ਲਵਾਉਣ ਵਾਲੇ ਪਾਸੇ ਨੂੰ ਪੈ ਗਏ। ਕਿਉਂਕਿ ਜਿਹੜਾ ਭਾਰਤ ਦਾ IT ਕਾਨੂੰਨ ਬਣਿਆ ਉਹਦੇ ਵਿੱਚ ਇਹ ਪ੍ਰਬੰਧ ਹੈ ਕਿ ਜਿਸ ਚੀਜ਼ ਨੂੰ ਇਹ ਸਮਝਿਆ ਜਾਵੇ ਕਿ ਇਹ ਚੀਜ਼ ਦੇਸ਼ ਦੇ ਹਿੱਤਾਂ ਵਿੱਚ ਨਹੀਂ, ਉਹਨੂੰ ਬੈਨ ਕੀਤਾ ਜਾ ਸਕਦਾ, ਕਰਵਾਇਆ ਜਾ ਸਕਦਾ। ਜਿਹੜੇ ਸੋਸ਼ਲ ਮੀਡੀਆ ਦੇ ਪਲੇਟਫਾਰਮਾਂ ਹੁਕਮ ਦਿੱਤਾ ਉਹਨਾਂ ਨੂੰ ਕਿ ਆਹ ਜਿਹੜੇ ਖਾਤਿਆਂ ਤੋਂ ਇਹ ਸਰਕੂਲੇਟ ਹੋਈ ਹੈ ਜਾਂ ਜਿਹਨੂੰ ਆਪਾਂ ਕਹਿ ਦਈਏ ਵਾਇਰਲ ਹੋਈ ਹੈ ਜਾਂ ਜਿੱਥੋਂ ਸ਼ੇਅਰ ਹੋਈ ਹੈ, ਉਹਨਾਂ ਖਾਤਿਆਂ ਨੂੰ ਬਲੌਕ ਕਰ ਦਿੱਤਾ। ਉਹ ਬਲੌਕ ਕਰ ਦਿੱਤਾ ਗਿਆ। ਮੇਰਾ ਖਿਆਲ ਹੈ ਵੀ ਇਹਦੇ 'ਚ ਦੋ ਗੱਲਾਂ ਹੈ। ਇੱਕ ਪਾਸੇ ਬਲੌਕ ਕਰ ਦਿੱਤਾ ਜਾਵੇ, ਦੂਜੇ ਪਾਸੇ ਡਰ ਕਿੰਨਾ? ਇਹਦਾ ਮਤਲਬ ਹੈ ਹਕੂਮਤ ਵੀ ਡਰਦੀ ਹੈ। BBC ਫਿਰ ਕੋਈ ਛੋਟੀ ਮੋਟੀ ਗੱਲ ਨਹੀਂ, ਜਿਵੇਂ ਆਪਾਂ ਪਹਿਲਾਂ ਕਿਹਾ ਕਿ BBC ਦੀ ਜਿਹੜੀ ਰੀਚ ਹੈ ਬਹੁਤ ਦੂਰ ਤੱਕ ਹੈ। ਔਰ ਠੀਕ ਹੈ, ਇੱਥੇ ਇਹਦੇ ਤੇ ਬੈਨ ਲੱਗ ਗਿਆ, ਇੰਗਲੈਂਡ ਦੇ ਵਿੱਚ ਤਾਂ ਬੈਨ ਨਹੀਂ ਲੱਗਿਆ, ਉੱਥੇ ਚੱਲ ਰਿਹਾ, ਹੋਰ ਦੁਨੀਆ 'ਚ ਸਾਰੇ ਥਾਵਾਂ ਤੇ ਜਾ ਰਹੇ, ਗਾਹੇ ਬਗਾਹੇ ਪਹੁੰਚ ਹੀ ਜਾਂਦੀ ਹੈ। ਔਰ ਮੇਰਾ ਇਹ ਮੰਨਣਾ ਦਾਨੇਵਾਲੀਆ ਸਾਹਿਬ, ਜਿਸ ਚੀਜ਼ ਤੇ ਤੁਸੀਂ ਬੈਨ ਕਰਨ ਲਾ ਦਿਓ ਉਹਨੂੰ ਉਹ ਜ਼ਿਆਦਾ ਦੇਖਦੇ। ਆ ਪਠਾਨ ਫਿਲਮ ਜੀ ਤੇ ਰੌਲਾ ਪਾਇਆ ਸੀ, ਉਦੋਂ ਕਈ ਮੈਨੂੰ ਤਾਂ ਲੱਗਦਾ ਸਹੀ ਨਾ ਹੋਵੇ ਕਿਸੇ ਹਿੰਦੂ ਲੀਡਰਸ਼ਿਪ ਦਾ ਵੀ ਰੌਲਾ ਪਵਾ ਦਿਓ ਤੇ ਕਮਾਈ ਕਰ ਲਾਂਗੇ ਇਹਨਾਂ ਦੇ ਵੀ, ਚਾਹੇ ਪਠਾਨ ਦਾ ਹੋਵੇ ਚਾਹੇ ਸਰਦਾਰ ਕਪੂਰ ਸਿੰਘ ਜਿਹੜੇ ਇੱਕ ਸਿੱਖ ਚਿੰਤਕ ਸੀ, ਉਹਨਾਂ ਦੀ ਕਿਤਾਬ ਸੀ ਸਾਚੀ ਸਾਖੀ। ਸਾਚੀ ਸਾਖੀ ਦੇ ਉੱਤੇ ਪਾਬੰਦੀ ਲੱਗੀ ਹੋਈ ਸੀ ਜੀ, ਪੰਜਾਬ 'ਚ ਪਾਬੰਦੀ ਲੱਗੀ ਹੋਈ ਸੀ, ਲੇਕਿਨ ਸਾਚੀ ਸਾਖੀ ਜਿਹੜੀ ਹੈਗੀ ਹੈ ਉਹ ਦਿੱਲੀ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਉੱਥੋਂ ਦੀ ਉਹਨਾਂ ਨੇ ਛਪਵਾਤੀ ਸੀ, ਉੱਥੋਂ ਮਿਲਦੀ ਹੁੰਦੀ ਸੀ ਜੀ। ਇਸੇ ਤਰੀਕੇ 'ਚ ਦੇਖੀ ਬਹੁਤ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਨਕਸਲੀ ਮੂਵਮੈਂਟ ਸਿਖਰ ਤੇ ਹੁੰਦੀ ਸੀ, ਉਦੋਂ ਬੜੇ ਤਕੜੇ ਇਨਕਲਾਬੀ ਕਵੀ ਹੁੰਦੇ ਸੀਗੇ, ਸੰਤ ਰਾਮ ਉਦਾਸੀ ਜੀ। ਸੰਤ ਰਾਮ ਉਦਾਸੀ ਦੀ ਜਿਹੜੀ ਹੈਗੀ ਆ ਉਹਦਾ ਰਿਕਾਰਡ ਉਹਦੀ ਇੱਥੇ ਰਿਕਾਰਡਿੰਗ ਨਹੀਂ ਹੋਣ ਦਿੱਤੀ ਸੀ। ਅੱਛਾ। ਉਹ ਬੰਦਾ ਇੰਗਲੈਂਡ ਗਿਆ ਸੀ ਤੇ ਇੰਗਲੈਂਡ ਜਾ ਕੇ ਜਿਹੜੇ ਉੱਥੇ ਉਹਦੇ ਤਵੇ ਰਿਕਾਰਡ ਹੋਏ ਸੀ, ਉਦੋਂ ਉਹਨਾਂ ਨੂੰ ਤਵੇ ਕਹਿੰਦੇ ਹੁੰਦੇ ਸੀ। ਉਹ ਤਵੇ ਹੋਏ ਸੀ LPA ਕੀ ਕੁਛ ਇਹੋ ਜਿਹਾ ਕਹਿੰਦੇ ਹੁੰਦੇ ਸੀ, ਜਿਹਦੇ ਵਿੱਚ ਕਈ ਸਾਰੇ LP ਤੇ SP ਜਿਹਦੇ ਲੌਂਗ ਪਲੇ ਦੇ ਸ਼ਾਟ ਹੁੰਦੇ, ਜਿਹਦੇ ਵਿੱਚ ਕਈ ਸਾਰੇ ਜਿਹੜੇ ਹੈਗੇ ਗੀਤ ਸੀ ਉਹਦੇ। ਔਰ ਉਹ ਗੱਲ ਉਹ ਕਰਦਿਆਂ ਕਰਾਉਂਦਾ ਇੱਥੇ ਪਹੁੰਚ ਗਈ ਸੀ, ਫਿਰ ਉਹ ਕੈਸਟਾਂ ਰਾਹੀਂ ਪਹੁੰਚਣੀ ਸ਼ੁਰੂ ਹੋ ਗਈ ਸੀ। ਕਿਉਂਕਿ ਜਦੋਂ ਤੁਸੀਂ ਕਿਸੇ ਚੀਜ਼ ਤੇ ਬੈਨ ਕਰੋਗੇ ਤੇ ਉਦੋਂ ਤੁਸੀਂ ਲੋਕਾਂ ਨੂੰ ਉਤਸ਼ਾਹਿਤ ਕਰਦੇ ਹੋ ਕਿ ਇਹਨੂੰ ਵੱਧ ਤੋਂ ਵੱਧ ਦੇਖੋ ਜੀ।
ਤੇ ਹੁਣ ਗੱਲ ਕਰੀਏ ਜੀ ਪੰਜਾਬ ਦੀ। ਇਹ ਤਾਂ ਗੱਲ ਕੀਤੀ ਆਪਾਂ ਕੇਂਦਰ ਦੀ। ਇੱਥੇ ਸਿਹਤ ਸਕੱਤਰ ਤੋਂ ਬਾਅਦ ਹੁਣ ਜਿਹੜੇ ਵਰਿੰਦਰ ਸ਼ਰਮਾ ਜੀ ਆ, ਉਹਨਾਂ ਦੀ ਕਿਉਂ ਬਦਲੀ ਹੋਈ ਆ? ਦੇਖੋ, ਸਿਹਤ ਸਕੱਤਰ ਹੈਗਾ ਸੀ ਅਜੋਏ ਕੁਮਾਰ ਸ਼ਰਮਾ ਜੀ। ਅਜੋਏ ਕੁਮਾਰ ਸ਼ਰਮਾ ਦੇ ਬਾਰੇ ਸਮਝਿਆ ਜਾਂਦਾ ਕਿ ਬੰਦਾ ਬੜਾ ਇਮਾਨਦਾਰ ਸੀ, ਕੁਝ ਲੋਕ ਕਹਿੰਦੇ ਹੈ ਜੀ। ਪਰ ਮੇਰਾ ਮੰਨਣਾ ਹੈ ਕਿ ਉਹ ਬੰਦਾ ਲੋੜ ਤੋਂ ਜ਼ਿਆਦਾ ਚਲਾਕ ਹੈ। ਹੂੰ। ਕੋਈ ਵੀ ਸਰਕਾਰ ਹੋਵੇ, ਉਹ ਹਰ ਸਰਕਾਰ ਦੇ ਵਿੱਚ ਆਪਦਾ ਜਿਹੜਾ ਸਿਸਟਮ ਫਿੱਟ ਕਰ ਲੈਂਦਾ, ਕੋਕਾ ਫਿੱਟ ਕਰ ਹੀ ਲੈਂਦਾ ਹੈ। ਉਹ ਪਹਿਲਾਂ ਹੀ ਗੁੰਜਾਇਸ਼ ਰੱਖਦਾ ਹੁੰਦਾ ਕਿ ਇਸ ਸਰਕਾਰ ਦੇ ਕੋਲੇ ਆਪਾਂ ਆਪਦੀ ਗੱਲ ਬਣਾਉਣੀ ਕਿਵੇਂ। ਹੂੰ। ਤੁਸੀਂ ਦੇਖਿਆ ਹੋਣਾ ਕਿ ਪਹਿਲਾਂ ਵੀ ਉਹ ਸਿਹਤ ਸਕੱਤਰ ਹੁੰਦਾ ਸੀ ਜੀ। ਤੇ ਸਿਹਤ ਸਕੱਤਰ ਹੋਣ ਵੇਲੇ ਉਹਨੇ ਕਿਹਾ ਸੀ ਕਿ ਕੋਵਿਡ-19 ਦੇ ਯੁੱਗ ਦੇ ਵਿੱਚ ਦਵਾਈਆਂ ਦੇ ਵਿੱਚ ਵੀ ਹੇਰਾਫੇਰੀ ਹੋਈ ਹੈ, ਕਿੱਟਾਂ ਦੇ ਵਿੱਚ ਵੀ ਹੇਰਾਫੇਰੀ ਹੋਈ ਹੈ। ਹੂੰ। ਬਲਵੀਰ ਸਿੰਘ ਸਿੱਧੂ ਹੋਰੀ ਤੇ ਆਪਣੇ ਕੀ ਉਹ ਤੁਹਾਡੇ ਓਮ ਪ੍ਰਕਾਸ਼ ਸੋਨੀ ਹੋਰੀ ਜੀ। ਉਹ ਅਜੇ ਤੱਕ ਜਿਹੜੇ ਹੈਗੇ ਵਿਜੀਲੈਂਸ ਦੇ ਦਫ਼ਤਰਾਂ ਦੇ ਗੇੜੇ ਮਾਰਦੇ ਫਿਰਦੇ ਹੈ। ਉਹਦੇ ਵਿੱਚ ਅਜੋਏ ਕੁਮਾਰੀ ਸੀ। ਨਵੀਂ ਉਹਦਾ ਕਾਰਨ ਕੀ ਹੁੰਦਾ ਹੈ? ਕਾਰਨ ਇਹ ਹੁੰਦਾ ਹੈ ਕਿ ਨਵੀਂ ਸਰਕਾਰ ਜਦੋਂ ਪਤਾ ਲੱਗਦਾ ਕਿ ਸਰਕਾਰ ਇਹ ਬਣਨੀ ਹੈ, ਉਹ ਉਸ ਪਾਸੇ ਨੂੰ ਸ਼ੁਰੂ ਹੋ ਜਾਂਦੀ ਹੈ। ਜੀ। ਤੇ ਮੇਰੇ ਯਾਦ ਆ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਉਹ ਗੱਲ, ਜਦੋਂ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਸੀ ਕਿ ਅਮਰਿੰਦਰ ਸਿੰਘ ਥੋੜਾ ਜਿਹਾ ਬਚ ਕੇ ਰਹਿਣਾ ਚਾਹੀਦਾ ਹੈ, ਇਹ ਅਫਸਰ ਕਦੇ ਇੱਕ ਦੂਜੇ ਦੇ ਖਿਲਾਫ ਨਹੀਂ ਹੁੰਦੇ ਤੇ ਆਪਾਂ ਖਿਲਾਫ ਹੋ ਜਾਂਦੇ ਇੱਕ ਦੂਜੇ ਦੇ, ਤੇ ਆਪਾਂ ਇੱਕ ਦੂਜੇ ਦਾ ਨੁਕਸਾਨ ਕਰਦੇ ਹਾਂ, ਇਹ ਇੱਕ ਦੂਜੇ ਦੇ ਹਿੱਤਾਂ ਦੀ ਪਾਲਣਾ ਕਰਦੇ ਜੀ। ਇਹੀ ਕੁਛ ਅਜੋਏ ਕੁਮਾਰ ਕਰਦਾ ਸੀ। ਲੇਕਿਨ ਹੁਣ ਕੁਝ ਘਟਨਾਵਾਂ ਇਹੋ ਜਿਹੀਆਂ ਵਾਪਰ ਗਈਆਂ ਜੀ, ਜਿਹਦੇ ਨਾਲ ਇਹ ਸਿਗਨਲ ਮਿਲਣੇ ਸ਼ੁਰੂ ਹੋ ਗਏ ਕਿ ਜੇ ਇੱਕ ਧਿਰ ਥੋੜਾ ਜਿਹਾ ਕੋਈ ਨਾ ਕੋਈ ਕਿਤੋਂ ਨਾ ਕਿਤੋਂ ਕੱਢ ਕੇ ਕਿਸੇ ਇੱਕ ਬਿਊਰੋਕ੍ਰੇਸੀ ਦੇ ਕਿਸੇ ਦੀ ਟਿੰਬਰੀ ਟੈਟ ਕਰੂਗੀ, ਤਾਂ ਫਿਰ ਦੂਜੀ ਧਿਰ ਆ ਗਈ ਤੇ ਉਹ ਵੀ ਕਰੂਗੀ। ਇਹ ਗੱਲਾਂ ਹੁੰਦੀਆਂ ਰਹੀਆਂ ਤੇ ਹੁੰਦੀਆਂ ਰਹਿਣਗੀਆਂ। ਹੋਇਆ ਇਹ ਕਿ ਜਦੋਂ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਹਕੂਮਤ ਸੀ, ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਹਕੂਮਤ ਸੀ, ਉਸ ਯੁੱਗ ਦੇ ਵਿੱਚ ਬਹੁਤ ਵੱਡੀ ਪੱਧਰ ਦੇ ਉੱਤੇ ਜਿਹੜੇ ਹੈਗੇ ਇਸ਼ਤਿਹਾਰ ਦਿੱਲੀ ਸਰਕਾਰ ਦੇ ਪੰਜਾਬ ਦੀਆਂ ਅਖਬਾਰਾਂ 'ਚ ਛਪਦੇ ਹੁੰਦੇ ਸੀ। ਉਹ ਅਖਬਾਰ ਛਪਦੇ ਹੁੰਦੇ ਸੀ, ਉਦੋਂ ਕੁਝ ਲੋਕ ਕਿੰਤੂ ਪਰੰਤੂ ਵੀ ਕਰਦੇ ਸੀ, ਆਪੋਜੀਸ਼ਨ ਵਾਲੇ ਵੀ ਕਰਦੇ ਸੀ, ਮੀਡੀਆ ਵਾਲੇ ਵੀ ਕਰਦੇ ਸੀ ਕਿ ਪੈਸਾ ਦਿੱਲੀ ਦਾ ਪੰਜਾਬ 'ਚ ਖਰਚ ਕੀਤਾ ਜਾ ਰਿਹਾ, ਪੰਜਾਬ ਨਾਲ ਇਹਦਾ ਤਾਲੁਕ ਕੀ। ਲੇਕਿਨ ਉਹਦੇ ਵਿੱਚ ਕਿਉਂਕਿ ਸਿਆਸੀ ਖੁਦਗਰਜੀ ਸੀ, ਲੋਕਾਂ ਤੋਂ ਵੋਟਾਂ ਹਾਸਲ ਕਰਨੀਆਂ ਸੀ, ਦਿਖਾਉਣਾ ਸੀ ਕਿ ਦਿੱਲੀ ਦੀ ਸਰਕਾਰ ਆ ਕਰਦੀ ਹੈ, ਭਾਈ ਸਾਨੂੰ ਜੇ ਵੋਟਾਂ ਪਾਉਂਗੇ ਅਸੀਂ ਤਾਕਤ ਚਾਹਾਂਗੇ ਤੇ ਆ ਕੁਛ ਕਰਾਂਗੇ। ਫਿਰ ਆਪਾਂ ਨੂੰ ਪਤਾ ਜਦੋਂ ਕੰਪੇਨ ਚੱਲੀ ਤੇ ਕੇਜਰੀਵਾਲ ਸਾਹਿਬ ਨੇ ਆ ਕੇ ਗਰੰਟੀਆਂ ਦੇਣੀਆਂ ਸ਼ੁਰੂ ਕਰਤੀਆਂ ਸੀ, ਪਹਿਲੀ ਗਰੰਟੀ, ਦੂਜੀ ਗਰੰਟੀ, ਤੀਜੀ ਗਰੰਟੀ, ਬਿਜਲੀ ਵਗੈਰਾ, ਇਹ ਸਾਰੇ ਦਾ ਸਾਰਾ ਕੁਛ ਹੋਣ ਲੱਗ ਗਿਆ ਸੀ। ਫਿਰ ਇਹੀ ਕੁਛ ਜਦੋਂ ਪੰਜਾਬ ਦੇ ਵਿੱਚ ਹਕੂਮਤ ਬਣ ਗਈ ਤੇ ਪੰਜਾਬ ਦੀ ਹਕੂਮਤ ਬਣਨ ਤੋਂ ਬਾਅਦ ਗੁਜਰਾਤ ਹੋਵੇ, ਹਿਮਾਚਲ ਪ੍ਰਦੇਸ਼ ਹੋਵੇ, ਦੱਖਣੀ ਰਾਜ ਹੋਣ, ਪ੍ਰਾਪਤੀਆਂ ਪੰਜਾਬ ਦੀਆਂ, ਪੈਸਾ ਪੰਜਾਬ ਦਾ, ਤੇ ਐਡਵਰਟਾਈਜ਼ਮੈਂਟ ਜਿਹੜੀ ਹੈਗੀ ਆ ਉਹ ਬਾਕੀ ਰਾਜਾਂ 'ਚ। ਇਹ ਕੁਛ ਚੱਲਣ ਲੱਗ ਗਿਆ। ਇਨ ਦੀ ਮੀਨ ਟਾਈਮ ਅਰਵਿੰਦ ਕੇਜਰੀਵਾਲ ਹੋਰਾਂ ਦੇ ਜਿਹੜੇ ਸਬੰਧ ਹੈ ਉਹ ਟਕਰਾਅ ਵਾਲੇ ਰਹੇ ਆ ਲੈਫਟੀਨੈਂਟ ਗਵਰਨਰ ਨਾਲ ਜਾਂ ਕੇਂਦਰ ਨਾਲ ਜੀ। ਇਹ ਵੱਖਰੀ ਗੱਲ ਹੈ ਕਿ ਵਿਚਾਰਧਾਰਕ ਤੌਰ ਤੇ ਕੋਈ ਟਕਰਾਅ ਨਹੀਂ ਹੈ। ਵਿਚਾਰਧਾਰਕ ਤੌਰ ਤੇ ਬੀਜੇਪੀ ਦੀ ਲਾਈਨ ਹੀ ਟੋ ਕਰਦੀ ਜੀ। ਜੇ ਨਾ ਟੋ ਕਰਦੇ ਹੁੰਦੇ ਤੇ ਜਦੋਂ ਧਾਰਾ 370 ਤੋੜੀ ਉਹਦਾ ਵਿਰੋਧ ਕਰਨਾ ਚਾਹੀਦਾ ਸੀ, ਉਹਦਾ ਵਿਰੋਧ ਨਹੀਂ ਕੀਤਾ। ਇਹ ਪੂਰਨ ਰਾਜ ਦੀ ਮੰਗ ਕਰਦੇ ਹੁੰਦੇ ਸੀ, ਅੱਜ ਪੂਰਨ ਰਾਜ ਦੀ ਮੰਗ ਕਿੱਥੇ ਹੈ? ਉਹ ਹੈ ਨਹੀਂ ਗੀ। ਅੱਜ ਇਹ ਹੈ ਕਿ ਸਾਨੂੰ ਸਾਡੇ ਅਧਿਕਾਰ ਰਹਿਣ ਦਿਓ, ਸਾਨੂੰ ਆਪਦੀ ਹਕੂਮਤ ਕਰਨ ਦਿਓ, ਤੁਸੀਂ ਆਪਦੀ ਹਕੂਮਤ ਕਰਨ ਦਿਓ। ਇਹ ਸਾਰਾ ਕੁਛ ਹੈ, ਇੱਕ ਮਿਲ ਕੇ ਖੇਡਣ ਵਾਲੀ ਗੱਲ ਹੈ। ਪਰ ਜਿੱਥੇ ਟਕਰਾਅ ਦੀ ਗੱਲ ਆਉਂਦੀ ਹੈ ਕਿ ਮੇਰਾ ਹਿੱਸਾ ਹੈ, ਉਹ ਕਹਿੰਦੇ ਤੇਰਾ ਹਿੱਸਾ ਕਿਵੇਂ ਸਾਡਾ ਹਿੱਸਾ ਹੈ। ਇਹਦੇ ਤੇ ਕਾਫੀ ਇਹਨਾਂ ਦਾ ਟਕਰਾਅ ਚੱਲਦਾ ਸੀ। ਉਸ ਟਕਰਾਅ ਦੇ ਚੱਲਦਿਆਂ ਲੈਫਟੀਨੈਂਟ ਗਵਰਨਰ ਦੇ ਧਿਆਨ ਦੇ ਵਿੱਚ ਆਈ ਕਿ ਦਿੱਲੀ ਦੀ ਸਰਕਾਰ ਨੇ ਪੈਸਾ ਇੰਨਾ ਖਰਚਿਆ ਇਸ਼ਤਿਹਾਰਬਾਜ਼ੀ ਤੇ, ਕਰੋੜਾਂ ਰੁਪਈਆ ਸੀ, ਉਹਨਾਂ ਨੇ ਉਹਦੇ ਤੇ ਲਾਤਾ ਫੁੱਲ ਸਟਾਪ ਕਿ ਇਹ ਪੈਸਾ ਆਮ ਆਦਮੀ ਪਾਰਟੀ ਪੇ ਕਰੇ। ਖਜ਼ਾਨੇ ਚੋਂ ਪੈਸਾ ਕਿਉਂ ਹੈ? ਇਹਨਾਂ ਨੂੰ ਕਹਿਤਾ ਵੀ ਇਹਨਾਂ ਤੋਂ ਪੈਸਾ ਲਓ, ਚਿੱਠੀ ਵੀ ਕੱਢਤੀ, ਜੇ ਤੁਸੀਂ ਪੈਸਾ ਨਾ ਦਿਓਗੇ ਤਾਂ ਫਿਰ ਤੁਹਾਡੀ ਪ੍ਰਾਪਰਟੀ ਹੈ ਜਿਹੜੀ ਹੈਗੀ ਉਹ ਅਟੈਚ ਕਰਾਂਗੇ, ਜਿਹੜੀ ਪਾਰਟੀ ਦੀ ਪ੍ਰਾਪਰਟੀ ਹੈ। ਉਹ ਤੋਂ ਬਾਅਦ ਫਿਰ ਵੇਖੋ ਅੱਗੇ ਕੀ ਹੁੰਦਾ ਹੈ। ਇਹ ਮਾਮਲਾ ਆ ਗਿਆ। ਇਹਦੇ ਨਾਲ ਹੁਣ ਖਤਰਾ ਪੈਦਾ ਹੋ ਗਿਆ ਪੰਜਾਬ ਦੀ ਬਿਊਰੋਕ੍ਰੇਸੀ ਨੂੰ ਵੀ ਕਿ ਜੇ ਅਸੀਂ ਆਹ ਕੁਛ ਕਰਾਂਗੇ ਤੇ ਫਿਰ ਕੀ ਹੋ। ਸਭ ਤੋਂ ਪਹਿਲੀ ਜਿਹੜੀ ਹੈਗੀ ਆ ਆਪਾਂ ਦੇਖੀਏ ਤਾਂ ਸਭ ਤੋਂ ਪਹਿਲੀ ਟਰਾਂਸਫਰ ਜਿਹੜੀ ਹੁੰਦੀ ਹੈ ਪਬਲਿਕ ਰਿਲੇਸ਼ਨ ਦੇ ਸੈਕਟਰੀ ਮਿਸਟਰ ਗੁਰਕਿਰਤ ਕਿਰਪਾਲ ਸਿੰਘ ਦੀ ਹੁੰਦੀ ਹੈ। ਕਿਉਂਕਿ ਗੁਰਕਿਰਤ ਕਿਰਪਾਲ ਸਿੰਘ ਨੇ ਕੁਝ ਇੱਕ ਥਾਵਾਂ ਤੇ ਜੋ ਜਾਣਕਾਰੀ ਮਿਲੀ ਹੈ ਸਿਗਨੇਚਰ ਕਰਨ ਤੋਂ ਇਨਕਾਰ ਕਰਤਾ ਸੀ ਕਿ ਮੈਂ ਪ੍ਰਵਾਨਗੀ ਨਹੀਂ, ਜਿਹੜੇ ਬਾਹਰ ਇਸ਼ਤਿਹਾਰਸ਼ਿਪ ਨੇ ਉਹਨੂੰ ਲਾਂਭੇ ਕਰਤਾ, ਉਹਨਾਂ ਦੀ ਥਾਂ ਦੇ ਉੱਤੇ ਨਵੇਂ ਸੈਕਟਰੀ ਆ ਗਏ। ਫਿਰ ਇਸ ਗੱਲ ਦਾ ਹੱਲ ਕੱਢਿਆ ਵੀ ਕਰੀਏ ਕਿ ਦਿੱਲੀ ਆ ਘਟਨਾਕ੍ਰਮ ਵਾਪਰਨ ਤੋਂ ਬਾਅਦ ਵੀ ਜੇ ਆਪਾਂ ਪਬਲਿਕ ਰਿਲੇਸ਼ਨ ਆਹੀ ਦਿੰਦੇ ਹਾਂ ਤਾਂ ਨਾਲ ਦੀ ਨਾਲੇ RTI ਪਾ ਦਿੰਦੇ ਆ, ਮਾਨਕ ਗੋਇਲ ਵਰਗੇ, ਉਹ ਸਾਰਾ ਕੁਝ ਲੈ ਲੈਂਦੇ, ਉਹ ਸਾਰਾ ਕੁਝ ਜਨਤਾ ਦੇ ਸਾਹਮਣੇ ਆ ਜਾਂਦਾ। ਇਹਦਾ ਹੁਣ ਤਰੀਕਾਕਾਰ ਹੋਰ ਕੱਢੋ। ਉਹ ਫਿਰ ਤਰੀਕਾਕਾਰ ਪਹਿਲਾਂ ਦਾਨੇ ਵਾਲੇ ਸਭ ਤੁਹਾਡੇ ਯਾਦ ਹੋਣਾ, ਆਪਾਂ ਤਾਂ ਉਸ ਲਾਈਨ ਦੇ ਬੰਦੇ ਤੁਸੀਂ ਲੈਂਦੇ ਹੋ ਇਸ਼ਤਿਹਾਰ ਵਗੈਰਾ। ਪਹਿਲਾਂ ਇਹ ਹੁੰਦਾ ਸੀ ਕਿ ਅਦਾਰੇ ਇੰਡੀਪੈਂਡੈਂਟ ਹੁੰਦੇ ਸੀ। ਬਿਲਕੁਲ ਅਦਾਰਿਆਂ ਤੋਂ ਜਿਵੇਂ ਮਰਜ਼ੀ ਤੁਸੀਂ ਅਪਰੋਚ ਕਰਦੇ, ਜਾ ਕੇ ਚੂਹੇ ਸੱਜਾ ਖੱਬਾ ਕਰ ਲੈਂਦੇ
ਕਿਸੇ ਦੀ ਸਿਫਾਰਿਸ਼ ਪਵਾ ਲੈਂਦੇ, ਪੋਲੀਟੀਕਲ ਬੰਦੇ ਦੀ ਪਵਾ ਲੈਂਦੇ, ਕੋਈ ਮਿੱਤਰ ਪਿਆਰਾ ਅਫਸਰ ਹੁੰਦਾ ਉਹ ਪਾ ਦਿੰਦਾ, ਅਗਲਾ ਦੇਖ ਲੈਂਦਾ ਯਾਰ ਇਹ ਛੋਟੇ ਅਦਾਰੇ, ਇਹਨਾਂ ਨੂੰ ਇਸ਼ਤਿਹਾਰ ਦੇ ਦਿਓ, ਦੇ ਦਿੰਦੇ ਸੀ, ਉਹ ਸਪੋਰਟ ਕਰਦੇ ਸੀ, ਉਹ ਸਪੋਰਟ ਕਰਦੇ ਸੀ। ਫਿਰ ਇਹ ਗੱਲ ਆ ਗਈ ਵੀ ਨਹੀਂ ਸਾਰੀ ਜਿਹੜੀ ਇਸ਼ਤਿਹਾਰਬਾਜ਼ੀ ਆ ਉਹਦਾ ਇੱਕ ਕੇਂਦਰੀਕਰਨ ਕਰ ਦਿਓ। ਅੱਛਾ, ਉਹ ਪਬਲਿਕ ਰਿਲੇਸ਼ਨ ਦੇ ਥਰੂ ਜਾਣਗੇ। ਇਸ਼ਤਿਹਾਰ ਮੰਡੀ ਮਾਰਕੀਟਿੰਗ ਬੋਰਡ ਦਾ, ਮੰਡੀ ਬੋਰਡ ਦਾ ਹੋਵੇ ਤੇ ਦੇਊਗਾ ਪਬਲਿਕ, ਮਾਰਕੀਟ ਕਮੇਟੀ ਦਾ ਤੇ ਦੇਊਗਾ ਪਬਲਿਕ ਰਿਲੇਸ਼ਨ। ਇਹਦੇ ਵਾਸਤੇ ਕਰਤਾ ਸੀ ਡਾਇਰੈਕਟਰ ਪਬਲਿਕ ਰਿਲੇਸ਼ਨ ਤੋਂ ਲੈ ਕੇ DPRO ਤੱਕ ਉਹ ਅਧਿਕਾਰਤ ਕਰਤੇ ਸੀ ਕਿਹਨੂੰ ਦੇਣੇ, ਇਸ ਕਰਨ ਵਾਲੇ, ਤੇ ਉਹਨਾਂ ਨੂੰ ਦਿੰਦੇ ਸੀ ਜਿਹਨਾਂ ਨੂੰ ਸਰਕਾਰੀ ਇਸ਼ਾਰਾ ਵੀ ਇੱਧਰ ਇਹਨੂੰ ਦਿਓ, ਇਹਨੂੰ ਦਿਓ। ਇਹਦੇ ਤੇ ਕਰ ਕੇ ਹੁਣ ਇਹਨਾਂ ਨੇ ਦੇਖਿਆ ਵੀ ਇਹ ਕੇਂਦਰੀਕਰਨ ਤੋੜ ਦਿਓ, ਲੋੜ ਨਹੀਂ ਪਬਲਿਕ ਰਿਲੇਸ਼ਨ ਨੂੰ, ਆਪਾਂ ਇਸ਼ਤਿਹਾਰ ਦੇਈਏ। ਅੱਛਾ, ਇਸ਼ਤਿਹਾਰ ਬਿਹਤਰ ਇਹ ਹੈ ਕਿ ਇਸ਼ਤਿਹਾਰ ਜਿਹੜੇ ਹੈ ਡਿਪਾਰਟਮੈਂਟ ਹੀ ਦੇਣ। ਫਿਰ ਕਰਤਾ ਡਿਪਾਰਟਮੈਂਟਾਂ ਨੂੰ ਦੇਣ ਵਾਸਤੇ। ਡਿਪਾਰਟਮੈਂਟ ਜੇ ਪੰਜਾਬ 'ਚ ਇਸ਼ਤਿਹਾਰ ਦੇਣੇ ਤਾਂ ਮੇਰੇ ਖਿਆਲ ਕਿਸੇ IAS ਅਫਸਰ ਨੂੰ ਕੋਈ ਇਤਰਾਜ਼ ਨਹੀਂ ਹੋਊਗਾ। ਉਹਨੂੰ ਵੀ ਮੈਨੂੰ ਕੀ ਹੈ ਦੇ ਵੀ ਦੇਊਗਾ। ਜਦੋਂ ਹੁਣ ਉਹ ਕਹਿੰਦੇ ਬਾਹਰ ਨੂੰ ਦੇਣਾ, ਫਿਰ ਰੌਲਾ ਪੈਣਾ। ਹੁਣ ਬਾਹਰ ਨੂੰ ਦੇਣ ਦੇ ਵਿੱਚ ਤੁਸੀਂ ਦੇਖੋ ਗੁਰਕਿਰਤ ਕਿਰਪਾਲ ਸਿੰਘ ਤੋਂ ਬਾਅਦ ਇੱਕ ਹੋਰ ਅਫਸਰ ਦੀ ਟਰਾਂਸਫਰ ਹੁੰਦੀ ਹੈ, ਖੇਤੀਬਾੜੀ ਦੇ ਸੈਕਟਰ ਦੀ, ਸਰਬਜੀਤ ਸਿੰਘ ਦੀ। ਜੀ, ਖੇਤੀਬਾੜੀ ਵਿਭਾਗ ਕੋਲੇ ਪਤਾ ਲੱਗਿਆ ਵੀ ਐਡਵਰਟਾਈਜ਼ਮੈਂਟ ਵਾਸਤੇ, ਪ੍ਰਚਾਰ ਵਾਸਤੇ 100 ਕਰੋੜ ਰੁਪਈਆ ਪਿਆ। ਅੱਛਾ, ਫਿਰ ਉਹਨਾਂ ਨੂੰ ਸ਼ਾਇਦ ਮੇਰੇ ਖਿਆਲ ਉਹਨੇ ਵੀ ਕਹਿਤਾ ਵੀ ਮੈਨੂੰ ਕੀ ਲੋੜ ਹੈ, ਉਹਨੇ ਕੋਈ ਮਾੜੀ ਮੁੱਟੀ ਹਿੱਚ ਕੀਤੀ ਹੋਣੀ ਹੈ। ਆ ਪੰਜਾਬ ਲਈ ਕਰਨਾ ਤਾਂ ਹੁਣ ਜੇ ਕੀ ਕਹਿੰਦੇ ਸਬਸਿਡੀ ਤੇ ਦੇਣੀਆਂ ਡਰਿੱਲਾਂ ਜਾਂ ਕੋਈ ਹੋਰ, ਉਹ ਤਾਂ ਪੰਜਾਬ ਦੇ ਨੂੰ ਦੇਣੇ, ਯੂਪੀ ਵਾਲਿਆਂ ਨੂੰ ਤਾਂ ਹੀ ਦੇਣੀਆਂ। ਨਹੀਂ ਯੂਪੀ ਨਹੀਂ ਤੇਲੰਗਾਨਾ ਵਾਲਿਆਂ ਨੂੰ ਦੱਸੋ। ਤੇਲੰਗਾਨਾ ਤਾਂ ਆਂਧਰਾ ਪ੍ਰਦੇਸ਼ ਤੇ ਜਿੱਥੇ ਉਹ ਤੁਹਾਡੇ ਤ੍ਰਿਪੁਰਾ ਜਿੱਥੇ ਚੋਣਾਂ ਹੋਣੀਆਂ, ਹੁਣ ਤਾਂ ਭਗਵੰਤ ਮਾਨ ਹੁਣੀ ਗਏ ਹੈ ਨਾ ਉੱਥੇ, ਆਪਣੇ ਬੰਬੇ ਗਏ, ਉੱਥੇ ਉਹਨਾਂ ਨੇ ਕਹਿੰਦਾ ਹਰ ਕਿਸਮ ਦੀ ਚੋਣ ਲੜਾਂਗੇ, ਕੋਈ ਚੋਣ ਛੱਡਣੀ ਨਹੀਂ ਸੀ। ਅੱਛਾ, ਉਹ ਫਿਰ ਜਿੱਥੇ ਚੋਣਾਂ ਲੜਨੀਆਂ ਉੱਥੇ ਵੀ ਪੰਜਾਬ 'ਚ ਆ ਕੁਛ ਹੋ ਰਿਹਾ। ਜਦੋਂ ਇਹ ਹੋ ਗਿਆ ਉਹਨਾਂ ਨੇ ਰਿਫਿਊਜ਼ ਕਰਤਾ। ਇਹੀ ਚੀਜ਼ ਦਾ ਨਾਲ ਹੁਣ ਜਿਹੜੀ ਨਵੀਂ ਚੀਜ਼ ਆਈ ਹੈ ਜੀ, ਉਹ ਨਵੀਂ ਚੀਜ਼ ਆਈ ਹੈ ਮੁਹੱਲਾ ਕਲੀਨਿਕ। ਜਦੋਂ ਮੁਹੱਲਾ ਕਲੀਨਿਕ ਦੀ ਗੱਲ ਆਈ ਵੀ ਮੁਹੱਲਾ ਕਲੀਨਿਕ ਜਿਹੜੇ ਪਹਿਲਾਂ ਬਣਾਏ ਹੈ, ਉਹਨਾਂ ਮੁਹੱਲਾ ਕਲੀਨਿਕਾਂ ਤੇ ਜਿਹੜਾ ਹੁਣ ਤੱਕ ਦਾ ਜਿੰਨੇ ਹੁਣ ਤੱਕ ਬਣ ਚੁੱਕੇ ਹੈ ਜੀ, ਕਿੰਨਾ ਖਰਚਾ ਹੈ ਜੀ? 10 ਕਰੋੜ। ਅੱਛਾ, ਕਹਿੰਦੇ ਹੁਣ ਇਹਦੀ ਐਡਵਰਟਾਈਜ਼ਮੈਂਟ ਕਰਨੀ ਹੈ, ਆਪਾਂ ਸ਼ੁਰੂ ਕਰਨਾ ਨਾ ਕਿ ਕੰਮ। ਹਾਂਜੀ, ਐਡਵਰਟਾਈਜ਼ਮੈਂਟ ਵਾਸਤੇ ਬਣਾਤਾ ਜੀ, ਪ੍ਰਪੋਜ਼ਲ ਬਣਾਤੀ, ਦੇਤੀ ਸੈਕਟਰੀ ਨੂੰ, ਅਜੇ ਕੁਮਾਰ ਨੂੰ ਜੀ, ਵੀ ਏਦਾਂ ਕਰੋ ਜੀ 30 ਕਰੋੜ ਰੁਪਇਆ ਸਪੇਅਰ ਕਰ ਦਿਓ। ਖਰਚਾ 10 ਕਰੋੜ ਦਾ ਤੇ ਸਪੇਅਰ 30 ਕਰੋੜ। ਨਾ 30 ਕਰੋੜ ਰੁਪਇਆ ਜਿਹੜਾ ਹੈਗਾ ਐਡਵਰਟਾਈਜ਼ਮੈਂਟ ਤੇ। ਦਾੜੀ ਨੂੰ ਮੁੱਛਾਂ ਵਧਾ ਦਿਓ। ਇਹ ਤੁਹਾਡੇ ਯਾਦ ਹੋਣਾ ਹੈ, ਪਹਿਲਾਂ ਵੀ ਇੱਕ ਮਾਮਲਾ ਸਾਹਮਣੇ ਆਇਆ ਸੀ, ਜਦੋਂ ਇਹਨਾਂ ਨੇ ਕਿਹਾ ਸੀ ਪੇਪਰਲੈਸ ਬਜਟ ਪੇਸ਼ ਕਰਾਂਗੇ ਜੀ। ਪੇਪਰਲੈਸ ਬਜਟ ਪੇਸ਼ ਕਰਤਾ ਸੀ, ਉੱਥੇ ਕਿਸੇ MLA ਨੇ ਪੁੱਛ ਲਿਆ ਵੀ ਕਿਰਪਾ ਕਰਕੇ ਇਹ ਦੱਸਿਓ ਖਰਚਾ ਕਿੰਨਾ ਆ ਗਿਆ। ਉਹਦੇ ਨਾਲ ਕਾਫੀ ਗੁਣਾ ਜ਼ਿਆਦਾ ਐਡ ਤੇ ਖਰਚਾ ਜ਼ਿਆਦਾ ਆ ਗਿਆ, ਪੇਪਰ ਦੇ ਉੱਤੇ ਘੱਟ ਆਉਣਾ ਸੀ। ਉਹ ਕਰਕੇ ਉਹ ਜਦੋਂ ਉਹਨੂੰ ਕਹਿੰਦਾ ਵੀ ਆਹ ਲਓ ਜੀ 30 ਕਰੋੜ ਰੁਪਇਆ ਤੁਸੀਂ ਦਿਓ। ਹੁਣ ਅਜੇ ਕੁਮਾਰ ਸ਼ਰਮਾ ਨੂੰ ਵੀ ਇਸ ਗੱਲ ਦਾ ਪਤਾ ਹੈ ਵੀ ਜੇ ਓਮ ਪ੍ਰਕਾਸ਼ ਸੋਨੀ, ਬਲਬੀਰ ਸਿੰਘ ਹੋਰੀ ਦੋਨਾਂ ਪਾਰਟੀਆਂ 'ਚ, ਇੱਕ ਕਾਂਗਰਸ ਬੈਠਾ ਤੇ ਦੂਜਾ BJP 'ਚ ਗਿਆ, ਉਹਨਾਂ ਦੀਆਂ ਢਿੱਬਰੀਆਂ ਟੈਟ ਹੋ ਗਈਆਂ ਤੇ ਕੱਲ ਨੂੰ ਹੁਕੂਮਤ ਤਾਂ ਹਮੇਸ਼ਾ ਕਿਸੇ ਦੀ ਹੁੰਦੀ ਨਹੀਂ। ਬਿਲਕੁਲ ਇਹ ਤਾਂ ਵੱਡਿਆਂ ਦੀ ਇੰਦਰਾ ਗਾਂਧੀ ਵਰਗੇ ਤੇ ਜਵਾਹਰ ਲਾਲ ਨਹਿਰੂ ਵਰਗੇ ਚਲੇ ਗਏ, ਹੁਕੂਮਤ ਤਾਂ ਰਹਿਣੀ ਨਹੀਂ। ਤੇ ਫਿਰ ਸਾਡੇ ਨੱਟ ਕੱਸਣਗੇ। ਉਹ ਫਿਰ ਸੰਜੇ ਪੋਪਲੀ ਵੀ ਦਿਸ ਜਾਂਦਾ, ਫਿਰ ਉਹ ਨਰਿੰਦਰ ਸਿੰਘ ਧਾਲੀਵਾਲ ਵੀ ਦਿਸ ਜਾਂਦਾ, ਫਿਰ ਉਹ ਸਾਰੇ ਦਿਸ ਜਾਂਦੇ। ਕੀ ਹੈ ਇਹ? ਇਸ ਗੱਲ ਦੇ ਉੱਤੇ ਰੌਲਾ ਪਿਆ ਵਾ ਹੁਣ। ਉਹ ਕਹਿੰਦੇ ਚਲੋ ਜੀ ਇਹਦੀ ਬਦਲੀ ਕਰ ਦਿਓ। ਇਹੀ ਚੀਜ਼ ਜਿਹੜੀ ਹੈਗੀ ਆ ਅਕਤੂਬਰ ਦੇ ਮਹੀਨੇ 'ਚ ਹੀ ਲਾਇਆ ਸੀ ਤੁਹਾਡਾ ਆਪਣੇ ਵਰਿੰਦਰ ਸ਼ਰਮਾ, ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ। ਮੇਰਾ ਖਿਆਲ ਵੀ ਉਹ ਵੀ ਬੜਾ ਇਮਾਨਦਾਰ ਆਦਮੀ ਹੈ ਔਰ ਬੜਾ ਕੰਪੀਟੈਂਟ ਤੇ ਇਮਾਨਦਾਰ ਆਦਮੀ ਹੈ। ਮੇਰਾ ਖਿਆਲ ਹੈ ਉਸ ਬੈਚ ਦੇ ਜੇ ਅਫਸਰਾਂ 'ਚੋਂ ਦੇਖਣਾ ਹੋਵੇ, ਸਭ ਤੋਂ ਲੰਬਾ ਸਮਾਂ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਰਹੇ ਜੀ। ਉਹ ਜਲੰਧਰ ਵੀ ਡਿਪਟੀ ਕਮਿਸ਼ਨਰ ਹੈ ਤੇ ਲੁਧਿਆਣੇ ਦਾ ਡਿਪਟੀ ਕਮਿਸ਼ਨਰ ਹੈ। ਬਹੁਤ ਵੱਡੀ ਗੱਲ ਹੈ। ਜਲੰਧਰ ਲੁਧਿਆਣਾ ਦੋ ਰਹਿ ਗਏ, ਦੋ ਅਸਲ ਦੇ ਵਿੱਚ ਡਿਪਟੀ ਕਮਿਸ਼ਨਰੀ ਦੋ ਰਹਿ ਗਏ। ਚੀਫ ਸੈਕਟਰੀ 'ਚ ਨਹੀਂ ਪਾਵਰ ਹੁੰਦੀ, ਇੰਨੀਆਂ ਹੁੰਦੀਆਂ। ਜਿਹੜਾ ਬੰਦਾ ਇੰਨਾ ਲੰਬਾ ਸਮਾਂ ਰਿਹਾ ਹੈ ਔਰ ਉਸ ਬੰਦੇ ਨੇ ਪੰਜਾਬੀ ਦੇ ਨਾਲ ਆਪਣੀ IAS ਕੀਤੀ ਹੋਈ ਹੈ, ਸਟੇਟ ਫਾਰਵਰਡ ਬੰਦਾ, ਬੜਾ ਸ਼ਰੀਫ ਆਦਮੀ ਹੈ। ਹੁਣ ਉਹ ਬੰਦਾ ਜਿਹੜਾ ਹੈਗਾ, ਮੇਰਾ ਖਿਆਲ ਹੈ ਵੀ ਉਹ ਤਾਂ ਗਿੱਲੇ ਗੋਹੇ ਤੇ ਪੈਰ ਧਰਨ ਵਾਲਾ ਹੈ ਨਹੀਂ। ਅਗਲੇ ਨੂੰ ਕੀ ਲੋੜ ਹੈ ਵੀ ਮੈਂ ਇਹ ਕੁਝ ਕਰਾਂ? ਉਹ ਵੀ ਚੱਕਤਾ। ਅੱਛਾ, ਕ੍ਰਿਸ਼ਨ ਕੁਮਾਰ ਨੂੰ ਕਹਿਤਾ ਸੀ ਮਾਈਨਿੰਗ ਬੰਦ ਕਰੋ। ਨਾ ਮਾਈਨਿੰਗ ਬੰਦ ਨਹੀਂ ਕਰੋ, ਮਾਈਨਿੰਗ ਸ਼ੁਰੂ ਕਰੋ। ਆਹੋ, ਬਾਅਦ ਚ ਕਹਿੰਦੇ ਵੀ ਜਿਹੜਾ ਅਸੀਂ ਡਿਪੂਆਂ ਤੇ ਦੇਣੀ। ਨਹੀਂ ਉਹਦੇ ਚ ਗੱਲ ਹੋਰ ਹੋਈ ਨਾ ਕਿ ਜਿਹੜੀ ਠੀਕ ਤਰੀਕੇ ਨਾਲ ਸਾਡਾ ਲਾਅ ਡਿਪਾਰਟਮੈਂਟ ਹਾਈ ਕੋਰਟ ਦੇ ਵਿੱਚ ਪ੍ਰੋਟੈਕਟ ਨਹੀਂ ਕਰ ਸਕਿਆ ਪੰਜਾਬ ਦੇ ਹਿੱਤ ਜੀ। ਹਾਈ ਕੋਰਟ 'ਚ ਹੁਕਮ ਹੋ ਗਿਆ ਕਿ ਵੀ ਸਟੇ ਕਰ ਦਿਓ ਸਾਰੀਆਂ ਜਿੰਨੀ ਮਾਈਨਿੰਗ ਹੈ। ਉਧਰੋਂ ਸਟੇ ਕਰਨ ਦਾ ਹੁਕਮ ਹੋ ਗਿਆ, ਨਾਲ ਇਹ ਹੋ ਗਿਆ ਜੀ ਆਪਾਂ ਮਾਈਨਿੰਗ ਜਿਹੜੀ ਲੋਕਾਂ ਨੂੰ ਹੁਣ ਸਸਤਾ ਵੀ ਦੇਣਾ ਤੇ ਦੇਈਏ ਕਿਵੇਂ। ਕ੍ਰਿਸ਼ਨ ਕੁਮਾਰ ਨੂੰ ਫਿਰ ਕਿਹਾ ਗਿਆ ਵੀ ਤੁਸੀਂ ਸਕੱਤਰੋਂ ਜੀ ਤੇ ਮਾਈਨਿੰਗ ਖਲਵਾਓ। ਉਹ ਕਹਿੰਦਾ ਜਿੰਨੀ ਦੇਰ ਸਟੇ ਨਹੀਂ ਟੁੱਟਦੀ ਮੈਂ ਤਾਂ ਨਹੀਂ ਕੁਛ ਖੁਲਵਾਉਂਦਾ। ਫਿਰ ਨਾਲ ਦੀ ਨਾਲ ਹੀ ਉਹਨੂੰ ਕਹਿੰਦਾ ਵੀ ਚਲੋ ਠੀਕ ਹੈ ਜੀ। ਉਹਦੀ ਵੀ ਬਦਲੀ ਹੋ ਗਈ, ਉਹਦੀ ਸਾਡੇ ਗੁਰਕਿਰਤ ਕਿਰਪਾਲ ਸਿੰਘ ਲਾਤੇ।
ਗੁਰਕਿਰਤ ਕਿਰਪਾਲ ਸਿੰਘ ਅਜੇ ਤੱਕ ਅਪਰਾਈਟ ਆਦਮੀ ਉਹ ਵੀ, ਉਹ ਤਾਂ ਅਜੇ ਤੱਕ ਮੇਰੇ ਖਿਆਲ ਉਹਨੇ ਸ਼ਾਇਦ ਜੁਆਇਨ ਨਹੀਂ ਕੀਤਾ ਸੀ। ਉਹਨਾਂ ਦੇ ਕੋਈ ਪਰਿਵਾਰ 'ਚ ਟ੍ਰੈਜਡੀ ਹੋ ਗਈ ਜੀ, ਸ਼ਾਇਦ ਉਹਨਾਂ ਦੀ ਮੇਰੇ ਖਿਆਲ ਵੀ ਗ੍ਰੈਂਡ ਮਦਰ ਦੀ ਡੈਥ ਹੋ ਗਈ ਜੀ, ਤੇ ਉਹ ਛੁੱਟੀ ਤੇ ਚੱਲ ਰਹੇ ਸੀਗੇ। ਉਹਦਾ ਕਰਕੇ ਉਹ ਅਜੇ ਤੱਕ ਬੈਠੇ ਕ੍ਰਿਸ਼ਨ ਕੁਮਾਰ। ਤੇ ਜ਼ਿਆਦਾਤਰ ਆਪਾਂ ਦਾਨੇ ਵਾਲੀਆ ਸਾਹਿਬ ਦੇਖੀਏ ਤਾਂ ਅਫਸਰ ਇੱਥੋਂ ਜਿਹੜੇ ਹੈਗੇ ਦਿੱਲੀ ਨੂੰ ਜਾਣ ਦੀ ਤਿਆਰੀ ਕਰੀ ਜਾਂਦੇ। ਅੱਛਾ ਜੀ। IAS ਅਫਸਰ ਤੁਸੀਂ ਦੇਖੋ ਕਿੰਨੇ ਬੰਦੇ ਨੇ ਆਫਰ ਦਿੱਤੀ ਵੀ ਸਾਨੂੰ ਤਾਂ ਦਿੱਲੀ ਭੇਜ ਦਿਓ, ਦਿੱਲੀ ਭੇਜ ਦਿਓ, ਅਸੀਂ ਤਾਂ ਡੈਪੂਟੇਸ਼ਨ ਤੇ ਜਾਣਾ। ਜੇ ਅਫਸਰ ਡੈਪੂਟੇਸ਼ਨ ਤੇ ਜਾਣ ਲੱਗੇ ਤੇ ਫਿਰ ਹੋਊਗਾ ਕੀ? ਕੰਮ ਕਿੱਥੋਂ ਚਲਾਉਂਗੇ? ਕੰਮ ਕਿੱਥੇ? ਇਹ ਸਥਿਤੀ ਹੈ ਜੀ ਕੁੱਲ ਮਿਲਾ ਕੇ ਜਿਹੜੀ ਇਸ ਵੇਲੇ ਆਪਣੇ ਸਾਹਮਣੇ ਆ ਰਹੀ ਹੈ ਜੀ। ਕੁਝ ਵਪਾਰਕ ਸੁਨੇਹੇ ਲੈ ਲਈਏ ਢਿੱਲੋਂ ਸਾਹਿਬ, ਫਿਰ ਆਪਾਂ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ। ਭੈਣ ਜੀ ਵਿਆਹ ਲਈ ਕੱਪੜਿਆਂ ਦੀ ਤੇ ਸ਼ਾਪਿੰਗ ਹੋ ਗਈ ਲਾਜਵਾਬ, ਪਰ ਜੁਐਲਰੀ ਕਿੱਥੋਂ ਲੈਣੀ ਹੈ? ਫਿਕਰ ਨਾ ਕਰੋ, ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾਂ ਰਹਿਣਗੇ ਨਹੀਂ, ਕਿਉਂਕਿ AC ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰਟ ਦੇ ਸੋਨੇ ਦੇ ਗਹਿਣੇ, ਔਰਤਾਂ ਮਰਦਾਂ ਬੱਚਿਆਂ ਦੇ ਵੰਨ-ਸਵੰਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ। ਇਹਨਾਂ ਦੇ ਸ਼ੋਰੂਮ 'ਚ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ, ਜਿੱਥੇ ਹੈ ਕੁੰਦਨ ਸੈੱਟ, ਜੜਾਊ ਸੈੱਟ, ਪੋਲਕੀ ਸੈੱਟ, ਹੀਰੇ ਜੜੇ ਸੈੱਟ, ਲਾਈਟ ਵੇਟ ਨੈਕਲੇਸ, ਚੇਨ, ਕੜੇ, ਚੂੜੀਆਂ, ਨਗਾਂ ਵਾਲੀਆਂ ਸੋਹਣੀਆਂ ਮੁੰਦਰੀਆਂ, ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। AC ਜੁਐਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੋਰਟ ਐਵੇਨਿਊ, ਸਾਊਥ ਈਸਟ, ਕੈਂਟ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਵਿਦੇਸ਼ਾਂ 'ਚ ਵਸਣ ਵਾਲੇ ਪੰਜਾਬੀਆਂ ਦੇ ਲਈ ਸੁਨਹਿਰੀ ਮੌਕਾ ਲੈ ਕੇ ਆਈ ਆ ਪੰਜਾਬ ਦੀ ਬਹੁਤ ਹੀ ਵੱਡੀ ਰੀਅਲ ਅਸਟੇਟ ਕੰਪਨੀ DH ਰੀਅਲ ਅਸਟੇਟ। ਬਹੁਤ ਹੀ ਨਾਮਵਰ ਕੰਪਨੀ ਤੁਹਾਨੂੰ ਮੌਕਾ ਪ੍ਰਦਾਨ ਕਰਦੀ ਹੈ ਕਿ ਬਿਨਾਂ ਪੰਜਾਬ ਗਏ ਤੁਸੀਂ ਹੁਣ ਆਪਣੀ ਜ਼ਮੀਨ ਵੇਚ ਸਕੋਗੇ ਜਾਂ ਫਿਰ ਆਪਣੀ ਪਸੰਦੀ ਦੀ ਜ਼ਮੀਨ ਖਰੀਦ ਸਕੋਗੇ। ਕਿਸੇ ਵੀ ਤਰ੍ਹਾਂ ਦੀ ਕੋਠੀ, ਫਲੈਟ, ਪਲਾਟ ਜਾਂ ਫਿਰ ਕਮਰਸ਼ੀਅਲ ਜਾਂ ਐਗਰੀਕਲਚਰ ਲੈਂਡ ਲੈਣੀ ਹੋਵੇ ਤਾਂ DH ਰੀਅਲ ਅਸਟੇਟ ਨਾਲ ਸੰਪਰਕ ਕਰੋ। ਤੁਹਾਨੂੰ ਪੰਜਾਬ ਜਾਣ ਦੀ ਲੋੜ ਨਹੀਂ, ਸੌਦਾ ਬੈਠੇ ਬਿਠਾਏ ਇੱਥੇ ਹੀ ਕਰਾ ਕੇ ਤੇ ਇੱਥੇ ਹੀ ਪੈਸੇ ਪਹੁੰਚਦੇ ਕਰ ਦਿੰਦੇ ਨੇ। ਨੰਬਰ ਹੈ DH ਰੀਅਲ ਅਸਟੇਟ ਦਾ 98775 0758 ਪਲੱਸ 91 ਇੰਡੀਆ ਦਾ ਕੋਡ ਲਾਉਣਾ। WhatsApp ਤੇ ਜਾਂ ਫਿਰ ਡਾਇਰੈਕਟ ਕਾਲ ਕਰ ਲੈਣੀ ਹੈ 98775 0758 DH ਰੀਅਲ ਅਸਟੇਟ। ਇਹਨਾਂ ਦਾ ਸਲੋਗਨ ਹੈ ਪੰਜਾਬ ਵਿੱਚ ਬੇਫਿਕਰੇ ਹੋ ਕੇ ਹੁਣ ਖਰੀਦੋ ਜ਼ਮੀਨ, ਪਲਾਟ, ਕੋਠੀ ਜਾਂ ਫਿਰ ਫਲੈਟ। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਸਟੇਟ ਲਾਈਨ ਟਰੱਕ ਐਂਡ ਟ੍ਰੇਲਰ ਵਰਜੀਨੀਆ ਸਟੇਟ ਲਾਈਨ ਤੇ ਲੈ ਕੇ ਆਏ ਨੇ ਟਰੱਕ ਐਂਡ ਟ੍ਰੇਲਰ ਰਿਪੇਅਰ ਸ਼ਾਪ। ਇੰਟਰਸਟੇਟ 81 ਦੇ ਐਗਜ਼ਿਟ 323 ਆਪੋਜ਼ਿਟ ਫਲਾਈਂਗ ਜੇ ਟਰੱਕ ਸ਼ਾਪ, ਜਿੱਥੇ ਟਰੱਕਾਂ ਦੀ ਹਰ ਤਰ੍ਹਾਂ ਦੀ ਤਸੱਲੀ ਬਖਸ਼ ਮੁਰੰਮਤ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਪਾਰਕਿੰਗ ਤੇ ਆਫਿਸ ਸਪੇਸ ਵੀ ਹੈ ਉਪਲਬਧ। ਪੂਰੀ ਰਾਤ, ਹਫ਼ਤਾਵਾਰ ਜਾਂ ਮਹੀਨਾਵਾਰ ਪਾਰਕਿੰਗ ਅਤੇ ਟਰੱਕ ਰਿਪੇਅਰ ਲਈ ਜ਼ਰੂਰ ਆਓ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6812600050। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਤੇ ਮੇਰੇ ਨਾਲ ਹੈ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੀ। ਤੇ ਢਿੱਲੋਂ ਸਾਹਿਬ, ਜਿਵੇਂ ਆਪਾਂ ਇਹ ਗੱਲ ਕੀਤੀ ਸੀ ਵੀ ਭਗਵੰਤ ਮਾਨ ਹੋਰੀ ਕਹਿੰਦੇ ਕਿ ਛੋਟੀ ਤੋਂ ਵੱਡੀ ਚੋਣ ਸਾਰੀ ਲੜਾਂਗੇ, ਤੇ ਉਧਰ ਫਿਰ ਭਾਜਪਾ ਵੀ ਕਹਿੰਦੀ ਵੀ ਲੋਕ ਸਭਾ ਦੀਆਂ ਚੋਣਾਂ ਅਸੀਂ ਆਪਣੇ ਦਮ ਤੇ ਲੜਾਂਗੇ ਪੰਜਾਬ 'ਚ। ਬਿਲਕੁਲ, ਕੱਲ ਭਾਜਪਾ ਦੀ ਸਟੇਟ ਜਿਹੜੀ ਹੈਗੀ ਹੈ ਕਾਰਜਕਾਰਨੀ ਜੀ, ਉਹਦੀ ਮੀਟਿੰਗ ਅੰਮ੍ਰਿਤਸਰ ਰੱਖੀ ਹੈ। ਪਰਸੋਂ ਸ਼ਾਇਦ ਤੁਸੀਂ ਕਵਰ ਕੀਤੀ ਸੀ ਆਪਣੇ ਰੇਡੀਓ ਪੰਜਾਬ ਟੂਡੇ ਤੇ ਕਿ ਉਹਨੂੰ ਸਰੂਪਚੰਦ ਸਿੰਘਲਾ ਨੂੰ ਥ੍ਰੈਟ ਆ ਗਈ ਸੀ ਵੀ ਤੂੰ ਅੰਮ੍ਰਿਤਸਰ ਨਹੀਂ ਜਾਣਾ। ਮੈਂ ਵੀ ਹੈਰਾਨ ਸੀ ਵੀ ਅੰਮ੍ਰਿਤਸਰ ਵਾਲਾ ਕਨੈਕਸ਼ਨ, ਅੰਮ੍ਰਿਤਸਰ ਤਾਂ ਆਮ ਤੌਰ ਤੇ ਲੋਕ ਜਾਂਦੇ ਆ ਆਪਣੇ ਹਰਮੰਦਰ ਸਾਹਿਬ ਦੇ ਵਿੱਚ ਮੱਥਾ ਟੇਕਣ ਵਾਸਤੇ, ਸੱਚਖੰਡ ਸਾਹਿਬ ਵਿਖੇ। ਇਹ ਰੋਕਿਆ ਕਿਉਂ ਗਿਆ ਤੇ ਇਹ ਲੈਣ ਕੀ ਜਾ ਰਿਹਾ ਹੈ?
ਉਹਦੇ ਨੇ ਮੁੜ ਕੇ ਪ੍ਰੈਸ ਕਾਨਫਰੰਸ ਕਰਤੀ ਵੀ ਮੈਂ ਤਾਂ ਜਾਊਂਗਾ ਜ਼ਰੂਰ, ਮੈਂ ਆਪਦੀ ਪਾਰਟੀ ਨਾਲ ਐਸਐਸਪੀ ਨੂੰ ਕੰਪਲੇਂਟ ਵਗੈਰਾ ਵੀ ਦਿੱਤੀ। ਹੈਰਾਨੀ ਸੀ, ਪਰ ਅੱਜ ਪਤਾ ਲੱਗਿਆ ਕਿ ਐਕਚੁਅਲੀ ਕੱਲ ਉੱਥੇ ਇਹਨਾਂ ਦੀ ਸਟੇਟ ਦੀ ਜਿਹੜੀ ਹੈ ਕਾਰਜਕਾਰਨੀ ਦੀ ਮੀਟਿੰਗ ਹੋਈ ਹੈ ਜੀ। ਸ਼ੁਰੂਆਤ ਹੋਈ ਹੈ, 2 ਦਿਨਾਂ ਦੀ ਮੀਟਿੰਗ ਹੈ। ਅੱਛਾ ਜੀ। ਨਿਯਮ ਇਹਨਾਂ ਦਾ ਇਹ ਹੈ ਕਿ ਜਦੋਂ ਨੈਸ਼ਨਲ ਐਗਜ਼ੈਕਟਿਵ ਦੀ ਮੀਟਿੰਗ ਹੁੰਦੀ ਹੈ, ਨੈਸ਼ਨਲ ਐਗਜ਼ੈਕਟਿਵ ਤੋਂ ਬਾਅਦ ਫਿਰ ਸਟੇਟ ਐਗਜ਼ੈਕਟਿਵ ਦੀ ਮੀਟਿੰਗ ਹੁੰਦੀ ਹੈ ਜੀ। ਉਹਦੀ ਰੌਸ਼ਨੀ ਦੇ ਵਿੱਚ ਹੁੰਦੀ ਹੈ ਜਿਹੜੇ ਉੱਪਰੋਂ ਫੈਸਲੇ ਲਏ ਜਾਂਦੇ। ਕੱਲ ਪਹਿਲੇ ਪੜਾਅ ਦੇ ਵਿੱਚ ਇਹਨਾਂ ਨੇ ਕੀਤੀ ਹੈ ਗੱਲਬਾਤ ਉਹਨਾਂ ਨਾਲ, ਅਹੁਦੇਦਾਰਾਂ ਨਾਲ ਜੀ। ਅਹੁਦੇਦਾਰਾਂ ਨਾਲ ਗੱਲਬਾਤ ਕੀਤੀ ਹੈ। ਅੱਜ ਮੀਟਿੰਗ ਅੱਗੇ ਹੋਰ ਚੱਲਣੀ ਹੈ। ਉਸ ਮੀਟਿੰਗ ਤੋਂ ਬਾਅਦ ਜਿਹੜੀ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ, ਮੀਡੀਆ ਨਾਲ ਗੱਲਬਾਤ ਕੀਤੀ ਹੈ ਅਸ਼ਵਨੀ ਸ਼ਰਮਾ ਨੇ। ਅਸ਼ਵਨੀ ਸ਼ਰਮਾ ਤੁਹਾਨੂੰ ਪਤਾ ਵੀ ਸਟੇਟ ਦੇ ਪ੍ਰੈਜ਼ੀਡੈਂਟ ਹੈ ਜੀ। ਪਰ ਉਹ ਕਈ ਵਾਰ ਗੱਲਾਂ ਦੇ ਵਿੱਚ ਤਾਂ ਕਈ ਵਾਰੀ ਔਖਾ ਸੌਖਾ ਵੀ ਹੋ ਜਾਂਦਾ ਹਾਂ। ਵੀ ਹੁਣ ਕਰੀਏ ਕੀ ਜੀ, ਸਾਨੂੰ ਤਾਂ ਪੁੱਛਿਆ ਹੀ ਨਹੀਂਗਾ। ਜਿਵੇਂ ਮਨਪ੍ਰੀਤ ਵਾਲੇ ਮਾਮਲੇ 'ਚ ਹੈ, ਮਨਪ੍ਰੀਤ ਦੇ ਮਾਮਲੇ 'ਚ ਮਨਪ੍ਰੀਤ ਨੇ ਬੀਜੇਪੀ ਜੁਆਇਨ ਕਰ ਲਈ, ਪਰ ਉਹ ਸਟੇਟ ਨੂੰ ਪੁੱਛਿਆ ਨਹੀਂ ਕਹਿੰਦੇ ਕਿਸੇ ਨੂੰ। ਸਟੇਟ ਨੂੰ ਚਲੋ ਆਪਾਂ ਇਸ ਗੱਲ ਨੂੰ ਛੱਡ ਦਿਓ, ਆਪਾਂ ਇਹ ਗੱਲ ਕਹੀਏ ਨਹੀਂ ਪੁੱਛਿਆ, ਇਹ ਨਾ ਛੱਡੀਏ। ਆਪਾਂ ਇੱਕ ਵੇਖੀਏ ਕਿ ਮਨਪ੍ਰੀਤ ਬਾਦਲ ਦੇ ਭਾਰਤੀ ਜਨਤਾ ਪਾਰਟੀ ਜੁਆਇਨ ਕਰਨ ਦੀ ਖੁਸ਼ੀ ਬੀਜੇਪੀ ਨੇ ਕਿੰਨੀ ਕੁ ਮਨਾਈ ਹੈ? ਕਿੰਨੀ ਕੁ ਮਨਾਈ ਹੈ? ਹਾਂਜੀ। ਕਿੰਨੇ ਕੁ ਬੰਦਿਆਂ ਨੇ ਮਨਪ੍ਰੀਤ ਬਾਦਲ ਨੂੰ ਜੀ ਆਇਆ ਕਿਹਾ ਵੀ ਆਓ ਜੀ ਤੁਸੀਂ ਬਾਦਲ ਸਾਹਿਬ ਆ ਜਾਓ, ਤੁਹਾਡੇ ਬਗੈਰ ਸਰਦਾ ਨਹੀਂ ਸੀ ਤੇ ਹੁਣ ਸਾਡੀ ਪਾਰਟੀ ਵਧੂ ਫੁੱਲੂਗੀ। ਬਠਿੰਡੇ 'ਚ 2 ਬੰਦੇ ਹੈ ਜੀ, ਅਸ਼ੂਤੋਸ਼ ਤੇ ਇੱਕ ਆਪਣਾ ਸੁਖਪਾਲ ਸਰਾਂ। ਇਹਨਾਂ ਦੋਨਾਂ ਨੇ ਵੋਟ ਜੇ ਲਾਏ ਸੀ। ਸਟੇਟ ਦੇ ਵਿੱਚੋਂ ਕੋਈ ਨਹੀਂ ਬੋਲਿਆ, ਜਿਹੜੇ ਸਟੇਟ ਦੀ ਲੀਡਰਸ਼ਿਪ ਹੈ ਕੋਈ ਨਹੀਂ ਬੋਲਿਆ। ਪਤਾ ਕੀਤਾ ਵੀ ਕਾਰਵਾਈ ਕੀ ਹੈ, ਜਾਣਕਾਰੀ ਮਿਲ ਰਹੀ ਹੈ। ਚੰਡੀਗੜ੍ਹੋਂ ਮੈਨੂੰ 1-2 ਵੱਡੇ ਸੀਨੀਅਰ ਪੱਤਰਕਾਰਾਂ ਦੇ ਫੋਨ ਆਏ, ਕਹਿੰਦੇ ਜੀ ਕੀ ਹੋ ਰਿਹਾ ਹੈ। ਮੈਂ ਜਦੋਂ ਮੈਂ ਕਿਹਾ ਜੀ ਮਾੜਾ ਮੋਟਾ ਆਇਆ ਕਰਕੇ ਬੀਜੇਪੀ ਵਾਲਿਆਂ ਨੂੰ ਪੁੱਛ ਲਓ, ਮੈਨੂੰ ਇੱਕ ਜਰਨਲਿਸਟ ਨੇ ਤਾਂ ਦੱਸ ਹੀ ਦਿੱਤਾ, ਕਹਿੰਦਾ ਮੈਨੂੰ ਤਾਂ ਬੀਜੇਪੀ ਵਾਲਿਆਂ ਦਾ ਫੋਨ ਆਇਆ ਵੀ ਸਾਨੂੰ ਤਾਂ ਚੰਗਾ ਹੀ ਨਹੀਂ ਲੱਗਦਾ, ਅਸੀਂ ਤਾਂ ਇਹਨੂੰ ਲੈਂਦੇ ਨਹੀਂ ਗੇ। ਮੈਂ ਕਿਹਾ ਜੀ ਫਿਰ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਸਾਰਾ, ਮਤਲਬ ਕਿਉਂਕਿ ਚੰਡੀਗੜ੍ਹ ਵਾਲੇ ਪੱਤਰਕਾਰ ਵੀ ਤਾਂ ਫੀਡ ਤਾਂ ਪੱਲੇ ਰਹਿੰਦੇ, ਫੀਡਬੈਕ ਉਹਨਾਂ ਦੀ ਗੱਲ ਕਰਨੀ ਸੀ। ਉਹ ਉਹਨਾਂ ਦੀ ਨਾ ਹੋਈ ਕੀਤੀ ਕਰਾਈ। ਤੇ ਹੁਣ ਉਹਨਾਂ ਨੇ ਜਿਹੜੀ ਹੈਗੀ ਹੈ ਮੀਟਿੰਗ ਜਿਹੜੀ ਕੀਤੀ, ਤੇ ਮੀਟਿੰਗ ਦੇ ਵਿੱਚ ਉਹਨਾਂ ਨੇ ਕਹਿਤਾ ਵੀ ਨੰਬਰ 1 ਅਸੀਂ ਚੋਣਾਂ ਲੜਾਂਗੇ ਆਪਦੇ ਬਲਬੂਤੇ ਜੀ, ਕਿਸੇ ਨਾਲ ਨਹੀਂ ਮਿਲ ਕੇ ਲੜਦੇ। ਇੱਕ ਦੂਜੀ ਗੱਲ ਉਹਨਾਂ ਨੇ ਕਹੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਪੰਜਾਬ ਦੀ ਪਾਰਟੀ ਦੀ ਵਿਚਾਰਧਾਰਾ ਦੇ ਮੁਤਾਬਕ ਹੀ ਸਾਰਾ ਕੁਝ ਚੱਲੂਗਾ ਜੀ, ਇਹ ਗੱਲ ਕਹੀ ਹੈ। ਹੁਣ ਇਹ ਤਾਂ ਆਪਾਂ ਦੇਖਾਂਗੇ ਵੀ ਕਿੰਨੀ ਕਹੀ ਹੈ, ਕਿਉਂਕਿ ਕਈ ਮਾਮਲੇ ਤਾਂ ਇਹਨਾਂ ਨੂੰ ਪੁੱਛੇ ਨਹੀਂ ਜਾਂਦਾ ਜੀ। ਤੇ ਅਗਾਂਹ ਕੀ ਕੋਣਾ ਉਹਨਾਂ ਨੇ ਮਤਲਬ ਕੀ ਕਰਨਾ ਜੀ। ਅਗਲੀ ਗੱਲ ਉਹਨਾਂ ਨੇ ਕਿਹਾ ਕਿ ਜਿਹੜੀ ਸਾਡੇ ਸੀਨੀਅਰ ਲੀਡਰ ਹੈ ਹਾਈ ਕਮਾਂਡ ਤੋਂ ਸਾਨੂੰ ਕਲੀਅਰ ਚਿੱਠ ਮਿਲ ਗਈ ਹੈ ਜੀ ਕਿ ਆਪਾਂ ਚੋਣ ਇੱਥੇ ਆਪ ਹੀ ਲੜਨੀ ਹੈ। ਹੁਣ ਜੇ ਦਾਨੇਵਾਲ ਸਾਹਿਬ ਆਪ ਚੋਣ ਲੜਦੇ ਤਾਂ ਕਾਮਯਾਬ ਕਿੰਨੇ ਹੋਣਗੇ ਜੀ, ਇਹ ਤਾਂ ਭਵਿੱਖ ਤੇ ਨਿਰਭਰ ਹੈ। ਲੇਕਿਨ ਕੁਝ ਇੱਕ ਗੱਲਾਂ ਆ ਰਹੀਆਂ ਸਾਹਮਣੇ। ਇੱਕ ਤਾਂ ਇਹ ਆ ਰਹੀਆਂ ਕਿ ਅਗਲੇ ਦਿਨਾਂ ਦੇ ਵਿੱਚ ਜਿਹੜੇ ਹੈਗੇ ਤੁਹਾਡੇ ਅਕਾਲੀ ਦਲ ਦੇ ਕੁਝ ਵੱਡੇ ਲੀਡਰ ਬੀਜੇਪੀ 'ਚ ਜੁਆਇਨ ਕਰਨ ਵਾਲੇ ਜੀ। ਇੱਕ ਤੁਸੀਂ ਇਕਬਾਲ ਸਿੰਘ ਲਾਲਪੁਰਾ ਹੋਰਾਂ ਦੀ ਸਟੇਟਮੈਂਟ ਦੇਖੀ ਹੋਣੀ ਹੈ, ਉਹ ਵੀ ਉਸ ਮੀਟਿੰਗ ਦੇ ਵਿੱਚ ਆਏ ਹੈ, ਭਾਵੇਂ ਉਹ ਕੰਸਟੀਟਿਊਸ਼ਨਲ ਅਹੁਦੇ ਤੇ ਹੈ ਪਰ ਫਿਰ ਵੀ ਆਏ। ਤੇ ਉਹਨਾਂ ਨੇ ਆ ਕੇ ਇੱਥੇ ਗੱਲ ਕਹੀ ਹੈ ਕਿ ਮੈਂ ਤਰਨਤਾਰਨ ਜਦੋਂ ਐਸਐਸਪੀ ਹੁੰਦਾ ਸੀ ਜੀ, ਤੇ ਇੱਕੇ ਦਿਨ ਦੇ ਵਿੱਚ ਹੀ ਮੋਟੀ ਖੇਪ ਮੈਂ ਫੜੀ ਸੀ ਹੈਰੋਇਨ ਦੀ ਜੀ। ਗੱਲ ਗਾਂਹ ਕਰਨੀ ਚਾਹੁੰਦੇ ਸੀ, ਤੋੜਨੀ ਚਾਹੁੰਦੇ ਸੀ ਅੱਗੇ ਚਿੱਟੇ ਨੂੰ ਖਤਮ ਕਰਨ ਵਾਸਤੇ। ਵੇਲੇ ਦੀ ਹੁਕੂਮਤ ਨੇ ਕਹਿੰਦੇ ਹੱਥ ਬੰਨ੍ਹਤੇ, ਇਜਾਜ਼ਤ ਨਹੀਂ ਸੀ ਦਿੱਤੀ। ਇਹੀ ਗੱਲ ਆਪਣੇ ਕੋ ਜੇਲ੍ਹਾਂ ਦੇ ADGP ਹੁੰਦੇ ਸੀ ਸ਼ਸ਼ੀਕਾਂਤ, ਇਹੀਓ ਗੱਲ ਉਹ ਕਹਿੰਦੇ ਸੀ। ਤੇ ਹੁਣ ਇਕਬਾਲ ਸਿੰਘ ਲਾਲਪੁਰਾ ਹੋਰਾਂ ਨੇ ਜਿਹੜੀ ਬੜਕ ਮਾਰੀ ਹੈ, ਬੜਕ ਬਹੁਤ ਵੱਡੀ ਮਾਰਤੀ। ਕਹਿੰਦੇ ਵੀ ਜੇ ਇਰਾਦਾ ਹੋ ਜੇ ਸਟੇਟ ਦਾ, ਦਿਨਾਂ ਨਹੀਂ ਘੰਟਿਆਂ 'ਚ ਕੰਮ ਖਤਮ ਹੋ ਸਕਦਾ ਜੀ। ਤੇ ਜੇ ਸਾਨੂੰ ਮੌਕਾ ਮਿਲ ਗਿਆ ਅਸੀਂ ਖਤਮ ਕਰਕੇ ਦਿਖਾਵਾਂਗੇ। ਹੁਣ ਇਸ ਕਿਸਮ ਦੇ ਜਿਹੜੇ ਉਹ ਨਾਅਰੇ ਲਾ ਰਹੇ, ਇਸ ਕਿਸਮ ਦੇ ਜਿਹੜੇ ਸਲੋਗਨ ਦੇ ਰਹੇ, ਉਹ ਪੰਜਾਬੀਆਂ ਨੂੰ ਕਿੰਨਾ ਕੁ ਪ੍ਰਭਾਵਿਤ ਕਰਦੇ? ਕਿਉਂਕਿ ਇਹ ਚੀਜ਼ ਤਾਂ ਪੰਜਾਬੀਆਂ ਨੂੰ ਪਹਿਲਾਂ ਵੀ ਪ੍ਰਭਾਵਿਤ ਕੀਤਾ। ਜੇ ਕੀ ਕਹਿੰਦੇ ਇਹਨੇ ਕੇਜਰੀਵਾਲ ਕਹਿੰਦਾ ਸੀ ਹਮ 4 ਦਿਨੋਂ ਵਿੱਚ ਨਸ਼ਾ ਖਤਮ ਕਰ ਦੇਂਗੇ, ਜੇ ਸਮਝ ਲਓ ਵੀ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਚੱਕਿਆ ਤਾਂ ਪ੍ਰਭਾਵਿਤ ਕਰਦਾ, ਨਸ਼ੇ ਨੂੰ ਪ੍ਰਭਾਵਿਤ ਕਰਦਾ ਨਾ। ਵੀ ਹਰ ਪਿੰਡ ਦੇ ਵਿੱਚ ਤੁਸੀਂ ਦੇਖ ਲਓ ਦੁਖੀ ਪਏ ਨੇ ਲੋਕ ਦੁਖੀ ਪਏ ਹਰ ਪਿੰਡ ਦੇ ਵਿੱਚ। ਤੁਸੀਂ ਉਹ ਕੀਤੀ ਸੀਗੀ ਇੱਥੇ ਆ ਮੇਰੇ ਖਿਆਲ ਆਪਣੇ ਨਥਾਣਾ ਹਲਕੇ ਦੇ ਵਿੱਚ ਲੋਕ ਚੀਕਾਂ ਮਾਰਦੇ ਸੀ, ਬੁੜੀਆਂ ਚੀਕਾਂ ਮਾਰਦੀਆਂ ਸੀ। ਹੁਣ ਇੱਕ ਦੀ ਤੁਸੀਂ ਦੇਖੋ ਵੀ ਇੱਕ ਡੈੱਡ ਬੋਡੀ ਪਿੰਡ 'ਚ ਸੰਸਕਾਰ ਕਰਕੇ ਉਹਦੇ ਦੂਜੀ ਨੌਜਵਾਨ ਦੀ ਤਿਆਰ ਪਈ ਹੋਈ। ਇਹ ਤਾਂ ਢਿੱਲੋਂ ਸਾਹਿਬ ਮੈਂ ਅੰਮ੍ਰਿਤਸਰ ਵੀ ਕਰਕੇ ਆਇਆ, ਝਬਾਲ ਹਲਕੇ 'ਚ ਕਰੀ ਆ, ਮਾਵਾਂ ਧਾਂ ਮਰੀ ਜਾਂਦੀਆਂ, YouTube ਦੇ ਉੱਤੇ ਮੇਰੀਆਂ ਰਿਪੋਰਟਾਂ ਪਈਆਂ। ਹਾਂ, ਮਤਲਬ ਗੱਲ ਇਹ ਹੈ ਵੀ ਲਗਭਗ ਸਾਰੇ ਹੀ ਜਿਹੜੇ ਜਿੰਨੇ ਵੀ ਹੈਗੇ ਆ, ਕਿਉਂਕਿ ਇਹ ਇੱਕ ਵਰਨਿੰਗ ਇਸ਼ੂ ਆ ਪੰਜਾਬ। ਹੁਣ ਇਸ ਕਿਸਮ ਦੀ ਗੱਲ ਜਿਹੜੀ ਹੈਗੀ ਕਿੰਨੀ ਪ੍ਰਭਾਵਿਤ ਕਰਦੀ ਹੈ? ਵੈਸੇ ਜੇ ਆਪਾਂ ਦੇਖੀਏ ਭਾਰਤੀ ਜਨਤਾ ਪਾਰਟੀ ਦੇ ਰਾਹ ਦੇ ਵਿੱਚ ਇੱਕ ਵੱਡਾ ਅੜਿੱਕਾ ਹੈ ਜੀ। ਉਹ ਵੱਡਾ ਅੜਿੱਕਾ ਸੀਗਾ ਜਿਹੜੇ 3 ਕਾਲੇ ਕਾਨੂੰਨ ਬਣਾਏ। ਕਾਲੇ ਕਾਨੂੰਨ ਬੇਸ਼ੱਕ ਵਾਪਸ ਲੈ ਲਏ, ਅੰਦੋਲਨ ਉਹਨਾਂ ਦਾ ਖਤਮ ਕਰਵਾਇਆ ਕਿਸਾਨਾਂ ਦਾ, ਉਹਨਾਂ ਦੇ ਨਾਲ ਕੁਝ ਪ੍ਰੋਮਿਸ ਕੀਤੇ ਸੀ
ਉਹਨਾਂ ਪ੍ਰੋਮਿਸਿਸ ਦੇ ਵਿੱਚੋਂ ਇੱਕ ਵੀ ਪੂਰਾ ਨਹੀਂ ਹੋਇਆ ਜੀ ਖਾਸ ਕਰਕੇ ਜਿਹੜਾ MSP ਵਾਲਾ ਮਾਮਲਾ ਹੈ ਉਹ ਉੱਥੇ ਦਾ ਉੱਥੇ ਖੜੋਤਾ ਹੈ। ਹੁਣ MSP ਵਾਲੇ ਮਾਮਲੇ ਦੇ ਵਿੱਚ ਮੈਂ ਦੇਖ ਰਿਹਾ ਸੀ ਅੱਜ ਸਵੇਰੇ ਇੰਟਰਵਿਊ ਦਵਿੰਦਰ ਸ਼ਰਮਾ ਦੀ, ਜੀ ਪਿਛਲੇ ਦਿਨਾਂ 'ਚ ਰਾਹੁਲ ਗਾਂਧੀ ਆਇਆ ਪੰਜਾਬ 'ਚ, ਭਾਰਤ ਜੋੜੋ ਯਾਤਰਾ ਕੀਤੀ ਹੈ। ਰਾਹੁਲ ਗਾਂਧੀ ਨੇ ਪੰਜਾਬ ਦੀ ਲੀਡਰਸ਼ਿਪ ਨੂੰ ਤਾਂ ਦਿੱਤੀ ਕਮਾਂਡ ਕਿ ਤੁਸੀਂ ਇਹਨੂੰ ਆਰਗੇਨਾਈਜ਼ ਕਰੋ। ਪੰਜਾਬ ਦੀ ਲੀਡਰਸ਼ਿਪ ਆਰਗੇਨਾਈਜ਼ ਕਰਦੀ ਸੀ, ਲੇਕਿਨ ਪੈਰਲਲ ਇੱਕ ਹੋਰ ਜਿਹੜਾ ਹੈਗਾ ਗਰੁੱਪ ਉਹਦਾ ਉਹ ਕੰਮ ਕਰ ਰਿਹਾ ਸੀ। ਜਿਹੜਾ ਪੈਰਲਲ ਕੰਮ ਕਰ ਰਿਹਾ ਸੀ ਗਰੁੱਪ, ਉਹ ਗਰੁੱਪ ਵਿਦਵਾਨਾਂ ਨੂੰ, ਮਾਹਰਾਂ ਨੂੰ, ਵੱਖ-ਵੱਖ ਕਿਸਮਾਂ ਨੂੰ, ਜਿਹੜਾ ਜਿਹਦੀ ਕੋਈ ਐਕਸਪਰਟਾਈਜ਼ ਕਿਸੇ ਮਾਮਲੇ ਦੇ ਵਿੱਚ, ਉਹਨਾਂ ਨੂੰ ਬੁਲਾ ਕੇ ਗੱਲ ਕਰਦੇ ਸੀ। ਆਪਣੇ ਕੁਝ ਸਿੱਖ ਵਿਦਵਾਨ ਵੀ ਸੀਗੇ, ਉਹਨਾਂ ਨੂੰ ਵੀ ਬੁਲਾਇਆ ਸੀ, ਉਹਨਾਂ ਨੇ ਵੀ ਗੱਲਬਾਤ ਕੀਤੀ ਹੈ, ਕਿਤੇ ਇੱਥੇ ਜੇ ਕੀਤੀ ਹੈ ਆਪਣਾ ਤੁਹਾਡਾ ਲੁਧਿਆਣੇ ਦੇ ਲਾਗੇ ਜਾ ਕੇ। ਲੇਕਿਨ ਜਿਹੜੇ ਹੈਗੇ ਦਵਿੰਦਰ ਸ਼ਰਮਾ ਤੁਹਾਨੂੰ ਪਤਾ ਖੇਤੀ ਦੇ ਬੜੇ ਮਾਹਰ ਹੈਗੇ। ਪਹਿਲਾਂ ਉਹ ਮੇਰੇ ਖਿਆਲ ਵੀ ਇੰਡੀਅਨ ਐਕਸਪ੍ਰੈਸ ਦੇ ਵਿੱਚ ਜਰਨਲਿਸਟ ਵੀ ਰਹੇ ਵੇ ਔਰ ਉਹਨਾਂ ਦਾ ਵਿਸ਼ਾ ਹੀ ਖੇਤੀ ਹੈ। ਉਹਨਾਂ ਨੇ, ਮੈਂ ਉਹਨਾਂ ਦੀ ਇੰਟਰਵਿਊ ਸੁਣ ਰਿਹਾ ਸੀ, ਉਹ ਕਹਿੰਦੇ ਵੀ ਮੈਂ 1 ਘੰਟੇ ਦੇ ਕਰੀਬ ਜਿਹੜਾ ਰਾਹੁਲ ਗਾਂਧੀ ਦੇ ਨਾਲ ਵਾਕ ਕੀਤਾ ਹੈ। 1 ਘੰਟੇ ਦੇ ਵਿੱਚ ਜਿਹੜੀਆਂ ਉਹ ਮੇਰੇ ਨਾਲ ਗੱਲਾਂ ਕਰ ਰਿਹਾ ਸੀ, ਜਿਹੜੇ ਉਹ ਸਵਾਲ ਕਰ ਰਿਹਾ ਸੀ ਤੇ ਮੈਂ ਉਹਦੇ ਜਵਾਬ ਦੇ ਰਿਹਾ ਸੀ, ਤੇ ਜਿਵੇਂ ਉਹ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ, ਉਹ ਕਹਿੰਦਾ ਵੀ ਉਹ ਕੰਪੈਰੇਟਿਵਲੀ ਜਿਵੇਂ ਉਹਨੂੰ ਪੇਸ਼ ਕੀਤਾ ਜਾ ਰਿਹਾ ਸੀ ਪੱਪੂ ਬਣਾ ਕੇ, ਉਹ ਕਹਿੰਦਾ ਕੰਪੈਰੇਟਿਵਲੀ ਉਹ ਮਤਲਬ ਜਿਹੜਾ ਹੈਗਾ ਇਸ ਜਿਹੜਾ ਹੈਗਾ ਲੈ ਕੇ ਇਹਨੂੰ MSP ਨੂੰ ਕਾਫੀ ਗੰਭੀਰ ਹੈ। ਖਰਚਾ ਵੀ ਉਹ ਪੁੱਛ ਰਿਹਾ ਸੀ ਕਿ MSP ਦੇ ਉੱਤੇ ਖਰਚਾ ਕਿੰਨਾ ਆਊਗਾ, ਜੇ ਆਪਾਂ MSP ਦਿੰਦੇ ਤੇ ਕਿੰਨੇ ਆਊਗਾ ਖਰਚਾ, ਤੇ ਉਹ ਕਹਿੰਦਾ ਵੀ ਮੈਂ ਦੱਸਿਆ ਉਹਨੂੰ ਵੀ ਇੰਨਾ ਖਰਚਾ ਆਊਗਾ। ਇਹ ਖਰਚਾ ਐਂ ਲੱਗਦਾ ਕਿ ਜੇ ਕਿਸਾਨਾਂ ਨੂੰ ਦਿੰਦੇ ਤੇ ਆਪਾਂ ਬਹੁਤ ਵਾਲਾ ਆਉਂਦਾ ਹੈ, ਪਰ ਇਹਦੇ ਮੁਕਾਬਲਤਨ ਜਦੋਂ ਅਸੀਂ NPA ਕਰਦੇ ਨੇ, ਉਹਨਾਂ ਦਾ ਕਰਦੇ ਤਾਂ ਉਦੋਂ ਕਈ ਗੁਣੇ ਜ਼ਿਆਦਾ ਵੱਧ ਘੱਟ। ਇਹ ਤੁਹਾਡੀ ਯਾਦ ਹੋਣਾ ਇੱਕ ਵਾਰੀ UP ਦੇ ਵਿੱਚ ਜਾਂ MP ਦੇ ਵਿੱਚ ਕਿਸਾਨਾਂ ਤੇ ਗੋਲੀਆਂ ਚੱਲੀਆਂ ਸੀ ਜਦੋਂ ਜ਼ਮੀਨ ਅਕਵਾਇਰ ਕਰਦੇ ਸੀ, ਉਦੋਂ ਵੀ ਰਾਹੁਲ ਗਾਂਧੀ ਉੱਥੇ ਗਿਆ ਸੀ। ਇਹਨੇ ਉੱਥੇ ਜਾ ਕੇ ਕਿਹਾ ਸੀਗਾ ਕਿ ਅਸੀਂ ਤੁਹਾਡੇ ਲਈ ਜਿਹੜਾ ਐਕੁਜੀਸ਼ਨ ਐਕਟ ਹੈਗਾ ਇਹਦੇ ਵਿੱਚ ਤਬਦੀਲੀ ਕਰ ਦੇਂਗੇ, ਔਰ ਉਹ ਤਬਦੀਲੀ ਹੋਈ ਵੀ ਹੈ। ਹੁਣ ਇਸ ਕਿਸਮ ਦੀਆਂ ਜਿਹੜੀਆਂ ਗੱਲਾਂ, ਕਿਉਂਕਿ ਇੱਕ ਪਾਸੇ ਜਿਹੜਾ ਉਹਨਾਂ ਦਾ ਵਿਰੋਧੀ ਹੈ ਜਿਹਨੂੰ ਪੱਪੂ ਕਹਿੰਦੇ ਸੀਗੇ, ਉਹ ਕਿਸਾਨੀ ਮੁੱਦੇ ਨੂੰ ਲੈ ਕੇ ਕਿਸੇ ਹੱਦ ਤੱਕ ਉਹਦੇ ਚ ਇਮਾਨਦਾਰੀ ਕਿੰਨੀ ਕੁ ਹੈ ਇਹ ਇੱਕ ਵੱਖਰੀ ਗੱਲ ਹੈ ਕਿ ਉਹ ਕਰੂਗਾ ਕਿ ਨਹੀਂ, ਕਿ ਦਿਖਾਵਾ ਤਾਂ ਹੈਗਾ ਨਾ ਕਿ ਉਹ ਕਿਸਾਨੀ ਮੁੱਦੇ ਨੂੰ ਲੈ ਕੇ ਫਿਕਰਮੰਦ ਹੈ, ਲੇਕਿਨ MSP ਦੇ ਮੁੱਦੇ ਦੇ ਉੱਤੇ ਇਹ ਚੁੱਪ ਹੈ। ਪੰਜਾਬ ਜਿਹੜਾ ਹੈਗਾ ਬੇਸਿਕਲੀ ਪੰਜਾਬ ਦੇ ਵਿੱਚ ਜੇ ਆਪਾਂ ਦੇਖੀਏ ਤਾਂ 70% ਦੀ ਆਬਾਦੀ ਤਾਂ ਖੇਤੀਬਾੜੀ ਤੇ ਨਿਰਭਰ, ਔਰ 70% ਦੀ ਲੋਕਾਂ ਨੂੰ ਨਜ਼ਰਅੰਦਾਜ਼ ਕਰਕੇ BJP ਇੱਥੇ ਪੈਰ ਕਿਵੇਂ ਲਾਊਗੀ। ਪਰ ਹੁਣ ਉਹ ਕਹਿੰਦੇ ਵੀ ਅਸੀਂ ਸੀਟਾਂ ਸਾਰੀਆਂ ਆਪਣੇ ਬਲਬੂਤੇ ਲੜਾਂਗੇ। ਇਹ ਲੜਨਗੇ ਕਿਵੇਂ, ਇਸ ਗੱਲ ਦੇ ਉੱਤੇ ਹੈ। ਪਰ ਆ ਵੱਡੀ ਗੱਲ ਮੈਨੂੰ ਲੱਗਦੀ ਵੀ ਆ ਨਸ਼ੇ ਪੱਤੇ ਵਾਲੀ ਜਿਹੜੀ ਉਹ ਕਹਾਣੀ ਗੱਲ ਕਰਦੇ ਹੈ, ਇਹ ਉਹਦੇ ਨਾਲੋਂ ਵੀ MSP ਨਾਲੋਂ ਵੀ ਵਰਨਿੰਗ ਇਸ਼ੂ ਹੈ, ਨੌਜਵਾਨਾਂ ਦੀਆਂ ਲਾਸ਼ਾਂ ਜਾਂਦੀਆਂ। ਇੱਥੇ ਆ ਕੇ ਜ਼ਰੂਰ ਕੁਛ ਲੱਗਦਾ ਕੁਛ ਨਾ ਕੁਛ ਕਰ ਸਕਦੇ ਆ, ਬਾਕੀ ਦੇਖਦੇ ਆ ਕੇ ਕਰਨਗੇ ਕੀ ਹੈ। ਜੀ ਤੇ ਹੁਣ ਚੱਲਦੇ ਆ ਢਿੱਲੋਂ ਸਾਹਿਬ ਕਸ਼ਮੀਰ ਵੱਲ। AS ਦੁੱਲਟ ਕੌਣ ਸੀ ਜਿਨ੍ਹਾਂ ਨੇ ਕਿਹਾ ਕਿ ਕਸ਼ਮੀਰ ਚੋਂ 370 ਹਟਾਉਣੀ ਦੀ ਕੋਈ ਲੋੜ ਨਹੀਂ ਸੀ? ਦੇਖੋ, AS ਦੁੱਲਟ ਜਿਹੜੇ ਹੈਗੇ ਆ ਭਾਰਤ ਦੇ ਖੁਫੀਆ ਡਿਪਾਰਟਮੈਂਟਾਂ ਦੇ ਵਿੱਚ ਵੱਖ-ਵੱਖ ਅਹੁਦਿਆਂ ਤੇ ਰਹੇ ਜੀ। ਜਿਹੜਾ ਸਭ ਤੋਂ ਵੱਡਾ ਭਾਰਤ ਦਾ ਖੁਫੀਆ ਡਿਪਾਰਟਮੈਂਟ ਹੈ ਉਹਨੂੰ ਰਾਹ ਕਹਿੰਦਾ ਰਿਸਰਚ ਐਂਡ ਐਨਾਲਿਸਿਸ ਵਿੰਗ। ਇਹਦਾ ਕੰਮ ਹੁੰਦਾ ਕਿ ਵਿਦੇਸ਼ਾਂ ਦੇ ਵਿੱਚ ਇਹਨਾਂ ਨੇ ਭਾਰਤੀ ਹਿੱਤਾਂ ਦੀ ਰਾਖੀ ਕਰਨੀ ਹੈ, ਜਸੂਸੀ ਕਰਨੀ ਹੈ ਜੀ। ਆਮ ਤੌਰ ਦੇ ਉੱਤੇ ਜਿਹੜੀਆਂ ਇਸ ਕਿਸਮ ਦੀਆਂ ਕੌਮਾਂਤਰੀ ਖੁਫੀਆ ਏਜੰਸੀਆਂ ਹੁੰਦੀਆਂ ਜਿਹਦਾ ਕੰਮ ਦੇਸ਼ ਤੋਂ ਬਾਹਰਲਾ ਹੁੰਦਾ ਹੈ, ਉਹਨੂੰ ਇਹ ਕਿਹਾ ਜਾਂਦਾ ਕਿ ਉਹਨਾਂ ਨੇ ਆਪਣੇ ਹਿੱਤਾਂ ਦੀ ਖਾਤਰ ਕਈ ਵਾਰੀ ਜਿਹੜੇ ਦੁਸ਼ਮਣ ਦੇਸ਼ਾਂ ਨੂੰ ਡੀਸਟੇਬਲਾਈਜ਼ ਵੀ ਕਰਨਾ ਹੁੰਦਾ ਹੈ ਜੀ। ਇਸ ਦੁਲਟ ਨੇ ਇਹ ਜ਼ਿਆਦਾਤਰ ਜਿਹੜਾ ਹੈਗਾ ਕਸ਼ਮੀਰ ਦੇ ਵਿੱਚ ਇਹਨਾਂ ਦੀ ਮੁਹਾਰਤ ਹੈ। ਕਸ਼ਮੀਰ ਦੇ ਮੁੱਦੇ ਦੇ ਉੱਤੇ ਇਹਨਾਂ ਨੇ ਇੱਕ ਕਿਤਾਬ ਵੀ ਲਿਖੀ ਹੈ ਜੀ। ਇੱਕ ਕਿਉਂਕਿ ਇਹ ਰਾਹ ਦੇ ਇੰਚਾਰਜ ਸੀ, ਇੱਕ ISI ਦਾ ਇੰਚਾਰਜ ਸੀ। ISI ਦੇ ਇੰਚਾਰਜ ਦੇ ਨਾਲ ਵੀ ਇਹਨਾਂ ਨੇ ਮਿਲ ਕੇ ਕੁਝ ਸਾਂਝੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਵੀ ਲਿਖੀਆਂ ਹੋਈਆਂ ਆਫਟਰ ਰਿਟਾਇਰਮੈਂਟ ਜੀ। ਔਰ ਜਿਵੇਂ ਅੱਜ ਕੱਲ੍ਹ ਮਿਸਟਰ ਅਜੀਤ ਡੋਵਾਲ ਭਾਰਤ ਦੇ ਸਿਕਿਉਰਿਟੀ ਐਡਵਾਈਜ਼ਰ ਹੈ ਜੀ। ਜਦੋਂ UPA ਦੀ ਸਰਕਾਰ ਸੀ, ਡਾਕਟਰ ਮਨਮੋਹਨ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦੇ ਸੀ, ਉਦੋਂ ਇਹੀ AS ਦੁਲਟ ਸਾਹਿਬ ਨੈਸ਼ਨਲ ਐਡਵਾਈਜ਼ਰ ਸੀ, ਸਿਕਿਉਰਿਟੀ NSA ਸੀ, ਜਿਵੇਂ ਹੁਣ ਅੱਜ ਕੱਲ੍ਹ ਡੋਵਾਲ ਹੈ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਸੀ। ਡੋਵਾਲ ਦੇ ਬਾਰੇ ਮੰਨਿਆ ਜਾਂਦਾ ਕਿ ਡੋਵਾਲ ਥੋੜਾ ਜਿਹਾ ਜਿਹੜਾ ਹੈਗਾ ਸਖਤੀ ਵਾਲਾ ਮਾਮਲਾ ਹੈ, ਇਹ ਇੰਟੈਲੀਜੈਂਟ ਹੈ, ਇਹ ਆਪਣੀ ਇਹਨੇ ਕਦੇ ਕੁਛ ਨਹੀਂ ਕਰਦੇ। ਹੁਣ ਇਹਨੇ ਕਿਹਾ ਵੀ ਧਾਰਾ 370 ਜਿਹੜੀ ਖਤਮ ਕੀਤੀ ਉਹਦੀ ਕੋਈ ਲੋੜ ਨਹੀਂ ਸੀ। ਇੱਕ ਤਾਂ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਕਸ਼ਮੀਰ ਆਜ਼ਾਦ ਸੀ ਜੀ, ਕਸ਼ਮੀਰ ਦਾ ਰਲੇਵਾਂ ਭਾਰਤ ਨਾਲ ਹੋਇਆ। ਪਾਕਿਸਤਾਨ ਦਾ ਵੀ ਕਸ਼ਮੀਰ ਦੇ ਉੱਤੇ ਕਲੇਮ ਸੀ। ਜੇ ਆਪਾਂ ਦੇਖੀਏ ਆਬਾਦੀ ਦੇ ਲਿਹਾਜ਼ ਨਾਲ ਤਾਂ ਪਾਕਿਸਤਾਨ ਨਾਲ ਆਬਾਦੀ ਦੀ ਨੇੜਤਾ ਜ਼ਿਆਦਾ ਹੈ ਜੀ। ਉਹ ਇਸ ਕਰਕੇ ਕਿ ਉਹ ਦੋਨੋਂ ਹਮਦਰਦ ਹੈਗੇ। ਪਾਕਿਸਤਾਨ ਦੇ ਵਿੱਚ ਵੀ ਬਹੁਤ ਗਿਣਤੀ ਮੁਸਲਮਾਨਾਂ ਦੀ ਹੈ ਤੇ ਕਸ਼ਮੀਰ ਦੇ ਵਿੱਚ ਵੀ ਬਹੁਤ ਗਿਣਤੀ ਮੁਸਲਮਾਨਾਂ ਦੀ ਹੈ। ਪਰ ਦੁਲਟ ਹੋਣਾ ਦਾ ਇਹ ਮੰਨਣਾ ਹੈ ਕਿ ਇਹ ਗੱਲ ਫੈਕਟ ਹੈ ਕਿ ਡੇ ਬਾਈ ਡੇ ਟੈਰਰਿਜ਼ਮ ਜਿਹੜਾ ਘਟਦਾ ਜਾ ਰਿਹਾ, ਟੈਰਰਿਜ਼ਮ ਘਟਦਾ ਜਾ ਰਿਹਾ, ਲੇਕਿਨ ਅੱਤਵਾਦ ਖਤਮ ਹੋ ਜਾਊਗਾ ਜੀ। ਇਹ ਮੁਕੰਮਲ ਤੌਰ ਤੇ ਉਨੀ ਦੇਰ ਖਤਮ ਨਹੀਂ ਹੋ ਸਕਦਾ ਜਿੰਨੀ ਦੇਰ ਤੱਕ ਇਹਦੇ ਬਾਰੇ ਨਿਪਟਾਰਾ ਜਿਹੜਾ ਹੈਗਾ ਪਾਕਿਸਤਾਨ ਨਾਲ ਇਸ ਮੁੱਦੇ ਤੇ ਨਹੀਂ ਹੁੰਦਾ। ਇਹ ਕਰਨਾ ਪੈਣਾ।
ਦੂਜੀ ਗੱਲ ਦੁਲਟ ਸਾਹਿਬ ਕਹਿੰਦੇ ਹੈ ਵੀ ਅਸੀਂ ਹੌਲੀ ਕਸ਼ਮੀਰ ਦੇ ਲੋਕਾਂ ਦੇ ਦਿਮਾਗ ਦੇ ਵਿੱਚ ਜਿਹੜਾ ਪਾਕਿਸਤਾਨ ਵਾਲਾ ਭੂਤ ਸਵਾਰ ਸੀ ਨਾ ਉਹ ਡਾਊਨ ਹੋਇਆ ਵਾ ਜੀ। ਉਹਨਾਂ ਨੇ ਆਪਣੇ ਆਪ ਨੂੰ ਇਹ ਮੰਨ ਲਿਆ ਵੀ ਅਸੀਂ ਭਾਰਤ ਦਾ ਹਿੱਸਾ। ਜਿਵੇਂ ਹੁਣ ਪੰਜਾਬ ਦੇ ਸੰਦਰਭ ਦੇ ਵਿੱਚ ਆਪਾਂ ਦੇਖੀਏ ਜੀ ਪੰਜਾਬ ਦੇ ਵਿੱਚ ਜਿਹੜੇ ਜਿੰਨੇ ਕੱਟੜ ਤੱਤੀਆਂ ਗੱਲਾਂ ਕਰਨ ਵਾਲੇ ਪੁਰਾਣੇ ਬੰਦੇ ਸੀ ਉਹ ਪੁਰਾਣੇ ਬੰਦਿਆਂ ਨੇ ਹੁਣ ਅਹਿਸਾਸ ਕਰ ਲਿਆ ਕਿ ਇਹ ਗੱਲ ਨਹੀਂ ਹੋ ਸਕਦੀ ਤੇ ਆਪਾਂ ਜਿੰਨਾ ਕੁ ਕੁਛ ਕਰ ਸਕਦਾ ਪੂਰਾ ਮੰਨ ਲੈ ਕੇ ਕਰੀਏ ਜੀ। ਉਹ ਕਹਿੰਦਾ ਵੀ ਹੁਰੀਅਤ ਕਿੱਥੇ ਹੈ ਹੁਣ? ਹੁਰੀਅਤ ਦੇਖੋ ਉੱਥੇ ਕਿੱਥੇ ਹੈ? ਜਿਹੜੇ ਖਾੜਕੂ ਸੀ ਜਿਹੜੇ ਅੰਦਰ ਬੈਠੇ ਜਿਹੜੇ ਕਹਿੰਦਾ ਮੈਂ ਬੜਿਆਂ ਬੰਦਿਆਂ ਨਾਲ ਮੁਲਾਕਾਤਾਂ ਕੀਤੀਆਂ ਸੁਭਾਅ 'ਚ ਉਹਨਾਂ ਦੇ ਵਿੱਚ ਵੀ ਤਬਦੀਲੀ ਹੋਈ। ਅਗਲੀ ਗੱਲ ਉਹਨੇ ਕਹੀ ਹੈ ਟਰੈਕ 2 ਕਹਿੰਦੇ ਵੀ ਮੈਂ ਟਰੈਕ 2 ਦੇ ਤੇ 2010 ਤੋਂ ਲੈ ਕੇ 12 ਦਰਮਿਆਨ ਜੀ 4 ਵਾਰੀ ਮੈਂ ਪਾਕਿਸਤਾਨ ਗਿਆ। ਇਹ ਟਰੈਕ 2 ਦਾ ਕਹਿੰਦੇ ਲੁਕਮੀ ਡਿਪਲੋਮੈਸੀ ਉਹਦੇ ਜਿਹੜੀ ਪਰਦੇ ਦੇ ਪਿੱਛੇ ਕੀ ਕੁਛ ਨਹੀਂ। ਕਹਿੰਦਾ ਮੈਂ ਬੜਾ ਉਤਸ਼ਾਹਿਤ ਹੋਇਆ ਵਾ ਉਹਦੇ 'ਚ। 2 ਮੇਰੇ ਕਹਿੰਦਾ ਜਿਹੜੇ ਹੈਗੇ ਆ ਟ੍ਰਿਪ ਹੈਗੇ ਲਾਹੌਰ ਦੇ ਤੇ 2 ਇਸਲਾਮਾਬਾਦ ਦੇ। ਬਹੁਤ ਕੁਝ ਪਹਿਲਾਂ ਦੇ ਮੁਕਾਬਲਤਨ ਬਦਲਿਆ ਵਾ। ਵੈਸੇ ਵੀ ਜੇ ਆਪਾਂ ਦੇਖੀਏ ਤੇ ਪਾਕਿਸਤਾਨ ਸਾਡੇ ਮੁਕਾਬਲਤਨ ਬਹੁਤ ਕਮਜ਼ੋਰ ਹੋ ਚੁੱਕਾ ਹੈ ਜੀ। ਜਿਹੜੀ ਵਿਦੇਸ਼ ਪਾਲਿਸੀ ਹੈ ਵਿਦੇਸ਼ ਪਾਲਿਸੀ ਦੇ ਮਾਮਲੇ 'ਚ ਪਾਕਿਸਤਾਨ ਨੇ ਜਿਹੜੀ ਹੈ ਮਾਰ ਖਾਧੀ ਹੈ ਅਮਰੀਕਾ ਦੇ ਮਗਰ ਲੱਗ ਕੇ। ਭਾਰਤ ਨੇ ਜਿਹੜੀ ਹੈ ਗੁੱਟ ਨਰਲੇਪ ਲਹਿਰ ਦੇ ਉੱਤੇ ਚੱਲਦਿਆਂ ਜਿਹੜੀ ਆਪਦੀ ਪ੍ਰਾਪਤੀ ਕੀਤੀ ਹੈ ਉਹਦੇ ਨਾਲ ਇਹਨਾਂ ਨੇ ਜੇ ਇੱਕ ਨੂੰ ਦੁਸ਼ਮਣ ਬਣਾਇਆ ਆਪਣੇ ਦੋਸਤ ਬਣਾਇਆ ਤੇ ਦੂਜੇ ਨਾਲ ਦੁਸ਼ਮਣੀ ਵੀ ਨਹੀਂ ਕਮਾਈ। ਮਤਲਬ ਇਕੁਅਲ ਡਿਸਟੈਂਸ ਦੇ ਉੱਤੇ ਵੀ ਜੇ ਲੋੜ ਪਈ ਤਾਂ ਇਹਨੂੰ ਵੀ ਇਸਤੇਮਾਲ ਕਰ ਲਓ ਤੇ ਇਹਨੂੰ ਵੀ ਇਸਤੇਮਾਲ ਕਰ ਲਓ। ਸੋ ਉਹਨਾਂ ਨੇ ਕਿਹਾ ਵੀ ਇਸ ਵੇਲੇ ਮੌਕਾ ਇਹ ਆ ਗਿਆ ਕਿ ਸਾਨੂੰ ਜਿਹੜਾ ਹੈਗਾ ਡਿਪਲੋਮੇਸੀ ਦੇ ਨਾਲ ਇਹ ਮਾਮਲਾ ਨਿਪਟਾਉਣਾ ਚਾਹੀਦਾ। ਧਾਰਾ 370 ਖਤਮ ਕੀ 370 ਨਾਲ ਹੈ ਕੀ ਸੀ? ਜੋ ਕੁਝ ਕਹਿੰਦੇ ਸੀ 370 ਨਾਲ ਹਾਸਲ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਅਸੀਂ ਹਾਸਲ ਕਰੀ ਬੈਠੇ। ਜੇ ਹੁਣ ਇਹ ਪਾਏ ਕਹੀਏ ਵੀ ਕਸ਼ਮੀਰ ਦੇ ਵਿੱਚ ਜ਼ਮੀਨ ਲੈ ਲਾਂਗੇ ਜੀ ਧਾਰਾ 370 ਤੁਸੀਂ ਜਾਂ ਮੈਂ ਲੈ ਲਾਂਗੇ ਜੀ ਤੁਹਾਡੇ ਕੋਲ ਜਦੋਂ ਕਸ਼ਮੀਰ ਤੁਹਾਡੇ ਇੰਡੀਆ ਦੇ ਕਬਜ਼ੇ 'ਚ ਹੈ ਸਾਰੇ ਹੀ ਤੁਹਾਡੇ ਕਬਜ਼ੇ 'ਚ ਹੈ ਤੁਹਾਡੀ ਜ਼ਮੀਨ ਤੁਹਾਡੇ ਕੋਲ 'ਚ। ਉਹ ਕਹਿੰਦਾ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਇਹਦੀ ਕੋਈ ਲੋੜ ਨਹੀਂ ਸੀ। ਮੇਰੇ ਖਿਆਲ ਮੁਤਾਬਕ ਇਸ ਦੁਲਟ ਦੀ ਜਿਹੜੀ ਇਹ ਸਮਝ ਹੈ ਇਹ ਵਾਕਈ ਦਾਨੇਵਾਲ ਸਾਹਿਬ ਠੀਕ ਆ। ਉਹ ਕਹਿੰਦਾ ਅਗਲੀ ਗੱਲ ਇਹ ਹੈ ਕਿ ਇਹਦੇ ਨਾਲ ਜਿਹੜੀ ਸਾਨੂੰ ਇਹ ਮਾਮਲਾ ਮੁਕਾਉਣਾ ਪੈਣਾ ਪਾਕਿਸਤਾਨ ਨਾਲ ਕਿਉਂਕਿ ਚੀਨ ਤੇ ਪਾਕਿਸਤਾਨ ਦਾ ਗੱਠਜੋੜ ਹੈ ਜਿਹੜਾ ਜੀ ਉਹ ਬਹੁਤ ਹੈ। ਇਹ ਚੀਨ ਦਾ ਜ਼ਿਆਦਾ ਜਿਹੜਾ ਢਿੱਲੋਂ ਸਾਹਿਬ ਮੇਨ ਚੀਨ ਦਾ ਜਿਹੜਾ ਨਾ ਉਹ ਇਕਨੋਮਿਕ ਗੱਠਜੋੜ ਬਹੁਤ ਜ਼ਿਆਦਾ। ਉਹ ਚੰਗੀਆਂ ਮੰਦੀਆਂ ਚੀਜ਼ਾਂ ਵਪਾਰੀ ਬੰਦਾ ਬਹੁਤ ਕੁਛ 10-20% ਦੀ ਚੋਰੀ ਚੱਲ ਜਾਂਦਾ ਹੈ। ਉਹਨੂੰ ਪਤਾ ਵੀ ਜੇ ਅਸੀਂ ਆ ਗੋਲਡਨ ਕੋਰੀਡੋਰ ਆ ਜਿਹੜਾ ਸਿੱਧਾ ਉੱਥੇ ਚੜਾਉਣਾ ਹੈ ਕਰਾਚੀ ਤੋਂ ਉਤਲੇ ਪਾਸੇ ਬੰਦਰਗਾਹ ਜਿਹੜੀ ਸਾਡੀ ਸਾਡਾ ਤਾਂ ਕਹਿੰਦੇ ਐਂ ਜਾਇਆ ਕਰੂਗਾ ਹੇਠਲੇ ਕੀ ਕਹਿੰਦੇ ਸਿੱਧਾ ਠੋਕਿਆ ਬਸ ਗੱਲ ਗਈ ਸਾਡਾ ਸਮਾਨ ਪਹੁੰਚ ਗਿਆ ਕਿੱਥੇ ਉੱਤੋਂ ਦੀ ਵਲ ਕੇ ਉਹਨਾਂ ਦਿਨਾਂ 'ਚ। ਬਿਲਕੁਲ ਵੈਸੇ ਦਾਨੇਵਾਲ ਸਾਹਿਬ ਜਿਹੜੀ ਹੈ ਮੈਂ ਤਾਂ ਸਾਡੇ ਸੁਣਨ ਵਾਲਿਆਂ ਨੂੰ ਵੀ ਬੇਨਤੀ ਕਰੂੰਗਾ ਕਿ ਦੁਲਟ ਸਾਹਿਬ ਦੀ ਕਿਤਾਬ ਹੈ ਜਿਹੜੀ ਕਸ਼ਮੀਰ ਬਾਰੇ ਜੀ ਉਹ ਜ਼ਰੂਰ ਪੜ੍ਹੋ। ਉਹ ਪੰਜਾਬੀ 'ਚ ਵੀ ਆਈ ਹੋਈ ਹੈ ਉਹਦਾ ਪੰਜਾਬੀ 'ਚ ਅਨੁਵਾਦ ਹੋਇਆ ਹੈ ਜੀ। ਜੇ ਤੁਸੀਂ ਕਸ਼ਮੀਰ ਦੀ ਪ੍ਰੋਬਲਮ ਨੂੰ ਸਮਝਣਾ ਪਾਕਿਸਤਾਨ ਨੂੰ ਸਮਝਣਾ ਦੁਲਟ ਨੂੰ ਜ਼ਰੂਰ ਪੜ੍ਹਨਾ ਚਾਹੀਦਾ। ਬਿਲਕੁਲ AS ਦੁਲਟ ਅਮਰਜੀਤ ਸਿੰਘ ਦੁਲਟ ਦਾ ਪੂਰਾ ਨਾਮ ਹੈ ਪੂਰਾ ਰਾਜਸਥਾਨ ਕੇਡਰ ਦੇ ਇਹ ਅਧਿਕਾਰੀ ਹੈ ਜੀ। ਬੇਸਿਕਲੀ ਤਾਂ ਮੇਰੇ ਖਿਆਲ IPS ਹੈ ਜੀ ਤੇ ਬਿਸ਼ਪ ਕਾਟਨ ਸਕੂਲ ਹੈ ਜੀ ਸ਼ਿਮਲੇ ਉੱਥੇ ਪੜ੍ਹੇ ਹੋਏ ਆ ਦੇਖ ਲਓ 1940 ਚ ਜਿਹੜਾ ਬੰਦਾ ਬੌਰਨ ਹੋ ਕੇ ਤੇ ਉੱਥੇ ਪੜ੍ਹਿਆ ਹੋਵੇ ਤੇ ਕਿੱਡਾ ਬਸ ਫਿਰ ਲਾਈ ਲਓ ਬੰਦਾ ਜਾਵੇ ਹੈ ਆ ਚੀਜ਼। ਮੈਂ ਇਹਨਾਂ ਦੀ ਉਹ ਕਿਤਾਬ ਜਿਹੜੀ ਹੈ ਨਾ ਕਸ਼ਮੀਰ ਬਾਰੇ ਅਜੇ ਮੈਂ ਮੁਕੰਮਲ ਨਹੀਂ ਪੜ੍ਹੀ ਜੀ ਉਹਦਾ ਥੋੜਾ ਜਿਹਾ ਮੈਂ ਜਿਵੇਂ ਮਿਲਦਾ ਸਿਲਸਿਲਾ ਮੈਂ ਲੈ ਕੇ ਰੱਖੀ ਹੋਈ ਹੈ ਇਸੇ ਕਰਕੇ। ਤੇ ਅੱਜ ਅਸ਼ਵਨੀ ਸ਼ਰਮਾ ਦਾ ਵੀ ਜਨਮ ਦਿਨ ਹੈ ਜੀ। ਅੱਛਾ ਚਲੋ ਸ਼ੁਕਰੀਆ। ਉਹ ਤਾਂ ਉਹਨਾਂ ਦੀ ਫਿਰ ਇਹ ਹੈ ਨਾ ਜੀ ਅੱਜ ਉਹ ਉਹਨਾਂ ਦੀ ਚੱਲੀ ਜਾਂਦੀ ਹੈ ਐਗਜ਼ੈਕਟਿਵ ਦੀ ਮੀਟਿੰਗ ਫਿਰ ਆਪਾਂ ਨੂੰ ਤਾਂ ਵਧਾਈ ਦੇਣ ਦੀ ਲੋੜ ਨਹੀਂ ਉਹਨਾਂ ਨੇ ਦਿੱਤੀ। ਸੋ ਸ਼ੁਕਰੀਆ ਬਹੁਤ ਮਿਹਰਬਾਨੀ। ਸੋ ਫਿਲਹਾਲ ਇੱਕ ਬ੍ਰੇਕ ਦਾ ਸਮਾਂ ਤੇ ਫਿਰ ਮਿਲਦੇ ਹਾਂ। ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ।